ਜੋ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਉਸਤਤ ਕਰਦਿਆਂ ਹੋਇਆਂ ਭੱਟ ਸਹਿਬਾਨ ਵੱਲੋਂ ਜੋ ਅੰਮ੍ਰਿਤਮਈ ਬਚਨ ਉਚਾਰਨ ਕੀਤੇ, ਅੱਜ ਦਾ ਅੰਮ੍ਰਿਤਮਈ ਬਚਨਾਂ ਦਾ ਪਾਠ ਆਪ ਜੀ ਨੇ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਬਾਣੀ ਦੀ ਪਵਿੱਤਰ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰੀਏ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਸਤਿਗੁਰੂ ਜੀ ਦੇ ਬਾਰੇ ਜੋ ਵੀ ਗਿਆਨ ਭੱਟ ਸਹਿਬਾਨ ਦੇ ਰਹੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਸਤਿਗੁਰ ਮਤ ਗੂੜ ਬਿਮਲ ਸਤ ਸੰਗਤ। ਆਤਮ ਰੰਗ ਚਲੂਲ ਪਿਆ। ਜਾਗਿਆ ਮਨ ਕਵਲ ਸਹਿਜ ਪ੍ਰਕਾਸ਼ਿਆ। ਆਪੈ ਨਿਰੰਜਨ ਕਰਹਿ ਲਹਾ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਬੈਠ ਕੇ ਔਰ ਇਸ ਮੀਡੀਆ ਦੇ ਰਾਹੀਂ ਆਪਣੇ ਘਰ ਦੇ ਵਿੱਚ ਬੈਠ ਕੇ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਜੋ ਨਿਮਰਤਾ, ਪਿਆਰ, ਭਾਵਨਾ ਦੀ ਮੂਰਤ ਨੇ, ਸਤਿਗੁਰੂ ਪਾਤਸ਼ਾਹ ਜੀ ਦੀ ਉਸਤਤ ਦੇ ਵਿੱਚ ਭੱਟ ਸਹਿਬਾਨ ਨੇ ਸਵਈਏ ਉਚਾਰਨ ਕੀਤੇ। ਸਵਈਏ ਮਹੱਲੇ ਚੌਥੇ ਕੇ ਦੇ ਸਰਲੇਖ ਹੇਠ ਜੋ ਅੱਜ ਦਾ ਆਪ ਜੀ ਨੇ ਪਾਠ ਸਰਵਨ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1396 ਔਰ 97 ਦੇ ਉੱਪਰ ਸਭਾਏਮਾਨ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ, ਉਸਤਤ ਕਰਦਿਆਂ ਭੱਟ ਜੋ ਸਮਝ ਆਈ, ਜੋ ਗੁਰੂ ਸਾਹਿਬ ਜੀ ਦਾ ਗਿਆਨ ਮਿਲਿਆ, ਉਸ ਅਨੁਸਾਰ ਇਹ ਪਾਵਨ ਬਚਨ ਉਚਾਰਨ ਕਰਕੇ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਸਤਿਗੁਰ ਮਤ ਗੂੜ। ਜਿਸ ਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਤੁਸੀਂ ਆਏ, ਉਹ ਸਤਿਗੁਰ ਬੜੀ ਗੂੜ ਮਤ ਵਾਲੇ ਨੇ, ਬੜੀ ਡੂੰਘੀ ਮਤ ਵਾਲੇ, ਗਹਿਰੀ ਮਤ ਵਾਲੇ। ਤੇ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ ਨੇ। ਲਾਹੌਰ ਤੋਂ ਚੱਲ ਕੇ ਬਾਸਰਕੇ ਦੇ ਪਿੰਡ ਵਿੱਚ ਆਉਣਾ, ਕੁਦਰਤੀ ਨਿਯਮ ਦੇ ਅਨੁਸਾਰ ਮਾਤਾ ਪਿਤਾ ਜੀ ਦਾ ਸਰੀਰਕ ਚੋਲਾ ਤਿਆਗ ਜਾਣਾ, ਔਰ ਨਾਨੀ ਨੇ ਬਾਸਰਕੇ ਦੇ ਵਿੱਚ ਲੈ ਕੇ ਆਉਣਾ, ਪਰ ਘਰ ਦੇ ਵਿੱਚ ਗਰੀਬੀ ਦੀ ਅਵਸਥਾ ਸੀ।
ਤੇ ਦੋ ਅਵਸਥਾਵਾਂ ਐਸੀਆਂ ਨੇ ਜਿੱਥੇ ਸਹਾਰੇ ਦੀ ਲੋੜ ਹੁੰਦੀ ਹੈ, ਇੱਕ ਬੁਢੇਪੇ ਵਿੱਚ, ਇੱਕ ਬਚਪਨ ਦੇ ਵਿੱਚ। ਤੇ ਜਦੋਂ ਨਾਨੀ ਲੈ ਕੇ ਆਉਂਦੀ ਹੈ ਤੇ ਦੋਵਾਂ ਨੂੰ ਸਹਾਰਾ ਚਾਹੀਦਾ ਹੈ, ਇੱਕ ਦੂਸਰੇ ਦਾ ਸਹਾਰਾ ਦੋਵਾਂ ਨੇ ਬਣਨਾ। ਤੇ ਨਾਨੀ ਨੇ ਆਖਿਆ ਵੀ ਪੁੱਤਰ ਮੈਂ ਤੈਨੂੰ ਲਾਹੌਰ ਤੋਂ ਲੈ ਕੇ ਤਾਂ ਆ ਗਈ, ਪਰ ਮੈਂ ਤੇਰੇ ਹੱਥ ਦੇ ਵਿੱਚ ਪੜਨ ਵਾਸਤੇ ਫੱਟੀ ਨਹੀਂ ਪਕੜਾ ਸਕਦੀ, ਪਾਠਸ਼ਾਲਾ ਦੇ ਵਿੱਚ ਨਹੀਂ ਭੇਜ ਸਕਦੀ। ਹਾਂ, ਘੁੱਗਣੀਆਂ ਜਿਹੜੀਆਂ ਛੋਲੇ ਉਬਾਲ ਕੇ ਤੈਨੂੰ ਛਾਬੇ ਵਿੱਚ ਪਾ ਕੇ ਉਹ ਮੈਂ ਵੇਚਣ ਵਾਸਤੇ ਤੈਨੂੰ ਭੇਜ ਸਕਦੀ ਹਾਂ, ਕਿਉਂਕਿ ਆਪਾਂ ਨੂੰ ਇੱਕ ਦੂਜੇ ਦਾ ਸਹਾਰਾ ਚਾਹੀਦਾ ਹੈ। ਘਰ ਦੇ ਵਿੱਚ 2 ਵਕਤ ਦੀ ਰੋਟੀ ਜਿਹੜੀ ਹੈ ਉਹ ਪੱਕਦੀ ਰਵੇ। ਸ਼ੁਰੂਆਤ ਹੋਈ, ਛਾਬਾ ਲੈ ਕੇ ਘਰੋਂ ਨਿਕਲਦੇ ਨੇ ਔਰ ਘੁੱਗਣੀਆਂ ਜਿਹੜੀਆਂ ਤਿਆਰ ਕੀਤੀਆਂ ਉਹਨੂੰ ਵੇਚ ਕੇ ਜੋ ਪੈਸੇ ਵੱਟ ਕੇ ਆਉਂਦੇ ਨੇ, ਘਰ ਦਾ ਗੁਜ਼ਾਰਾ ਚੱਲਦਾ। ਕਈ ਵਾਰ ਐਸਾ ਹੁੰਦਾ ਹੈ ਕਿ ਕੋਈ ਭੁੱਖਣ ਭਾਣਾ ਜੇ ਮਿਲ ਜਾਏ ਤੇ ਉਹਦੇ ਕੋਲ ਪੈਸਾ ਧੇਲਾ, ਦੇਖੋ ਜਿਹੜਾ ਗਰੀਬੀ ਦੀ ਅਵਸਥਾ ਵਿੱਚੋਂ ਨਿਕਲਿਆ ਹੈ ਉਹੀ ਉਸ ਗਰੀਬੀ ਦੀ ਅਵਸਥਾ ਨੂੰ ਸਮਝ ਸਕਦਾ ਹੈ। ਜਿਹਨੇ ਕਦੀ ਉਹ ਗਰੀਬੀ ਵਾਲੀ ਅਵਸਥਾ ਵੇਖੀ ਨਹੀਂ, ਉਹ ਉਹਨੂੰ ਸਮਝ ਵੀ ਨਹੀਂ ਸਕਦਾ ਕਿ ਉਹ ਹਾਲਾਤ ਕੈਸੇ ਹੁੰਦੇ ਨੇ। ਜਦੋਂ ਕੋਈ ਭੁੱਖਣ ਭਾਣਾ ਮਿਲ ਜਾਣਾ ਤੇ ਕਈ ਵਾਰ ਬਿਨਾਂ ਪੈਸਿਆਂ ਤੋਂ ਹੀ ਘੁੱਗਣੀਆਂ ਜਿਹੜੀਆਂ ਉਹ ਛਕਾ ਕੇ ਤੇ ਖਾਲੀ ਛਾਬਾ ਲੈ ਕੇ ਵਾਪਸ ਆ ਜਾਣਾ। ਤੇ ਨਾਨੀ ਮਾਂ ਨੇ ਕਹਿਣਾ ਵੀ ਪੁੱਤਰ ਅੱਜ ਸਮੇਂ ਸਿਰ ਵਾਪਸ ਆਉਣਾ ਹੋਇਆ, ਅੱਜ ਲੱਗਦਾ ਵੀ ਛਾਬਾ ਵੀ ਖਾਲੀ ਹੈ ਤੇ 4 ਪੈਸੇ ਵੀ ਵੱਟ ਲਏ ਹੋਣਗੇ। ਤੇ ਅੱਗੋਂ ਜਵਾਬ ਦੇਣਾ, ਕਹਿਣਾ ਨਾਨੀ ਮਾਂ ਅੱਜ ਪੈਸੇ ਤੇ ਨਹੀਂ ਵੱਟੇ, ਅੱਜ ਅਸੀਸਾਂ ਬੜੀਆਂ ਮਿਲ ਗਈਆਂ। ਅੱਜ ਜਿਹੜੀਆਂ ਅਸੀਸਾਂ ਮਿਲੀਆਂ ਨੇ ਨਾ ਉਹਦਾ ਕੋਈ ਮੁੱਲ ਨਹੀਂ, ਉਹਦੀ ਕੋਈ ਕੀਮਤ ਨਹੀਂ। ਤੇ ਫਿਰ ਅਰਦਾਸ ਕਰਨੀ ਕਿ ਜੇ ਮੇਰੇ ਪੁੱਤਰ ਦਾ ਦਿਲ ਇੰਨਾ ਵਿਸ਼ਾਲ ਕੀਤਾ ਹੈ ਤੇ ਇੱਕ ਕਿਰਪਾ ਮੇਰੇ ਮਾਲਕ ਜੀ ਕਰਨਾ, ਇਹਦਾ ਖੀਸਾ ਵੀ ਇੰਨਾ ਵੱਡਾ ਹੋ ਜਾਏ। ਔਰ ਦੇਖੋ ਕੈਸੀ ਉਹ ਅਰਦਾਸ ਸੀ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰ ਤੇ ਆਉਣਾ, ਆ ਕੇ ਨਾਮ ਦੇ ਰੰਗ ਦੇ ਵਿੱਚ ਰੰਗੇ ਜਾਣਾ ਔਰ ਵਿਸ਼ਾਲ ਰੂਪ ਵਿੱਚ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ। ਅੱਜ ਦੇਖੋ ਸਭ ਤੋਂ ਵੱਡਾ ਖੀਸਾ ਜੇ ਹੈ ਤੇ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਹੈ, ਜਿੱਥੇ ਆਉਣ ਵਾਲਾ ਜਿਹੜਾ ਹੈ ਉਹ ਕਦੇ ਵੀ ਭੁੱਖਾ ਵਾਪਸ ਨਹੀਂ ਜਾਂਦਾ। ਭਾਵੇਂ ਜਿੰਨੀ ਮਰਜ਼ੀ ਗਿਣਤੀ ਵਿੱਚ ਆਉਣ, ਪੁਰਾਣੀ ਭਾਵਨਾ ਨਾਲ ਨਿਆਸਰੇ ਨੂੰ ਆਸਰਾ ਮਿਲਦਾ ਹੈ, ਉੱਥੇ ਕਹਿ ਲਓ ਕਿ ਨਿਓਟੇ ਨੂੰ ਓਟ ਮਿਲਦੀ ਹੈ। ਇਹ ਸਾਰੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਰਾਹੀਂ ਪ੍ਰਾਪਤ ਹੋਈਆਂ। ਤੇ ਖੁਦ ਕਹਿੰਦੇ ਨੇ ਗੁਰੂ ਰਾਮਦਾਸ ਪਾਤਸ਼ਾਹ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਵੀ ਇੱਕ ਹਾਲਾਤ ਉਹ ਸੀ ਤੇ ਇੱਕ ਅੱਜ ਦੀ ਅਵਸਥਾ ਹੈ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੰਨੀਆਂ ਵਡਿਆਈਆਂ ਬਖਸ਼ਿਸ਼ਾਂ ਦੇ ਕੇ ਤੇ ਚਵਰ ਛਤਰ ਤਖਤ ਦੇ ਮਾਲਕ ਬਣਾਇਆ। ਭੱਟ ਜੀ ਕਹਿ ਰਹੇ ਨੇ ਕਿ ਜਿਸ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਤੁਸੀਂ ਆਏ, ਉਹ ਸਤਿਗੁਰੂ ਗੂੜ ਮੱਤ ਵਾਲੇ ਨੇ, ਉਹ ਬੜੀ ਡੂੰਗੀ ਮੱਤ ਵਾਲੇ ਨੇ। ਸਤਿਗੁਰ ਮਤ ਗੂੜ ਬਿਮਲ ਸਤ ਸੰਗਤ। ਜਿਹੜੇ ਗੂੜੀ ਮਤ ਵਾਲੇ, ਡੂੰਗੀ ਮਤ ਵਾਲੇ ਸਤਿਗੁਰ ਗੁਰੂ ਅਮਰਦਾਸ ਜੀ ਨੇ, ਉਹਨਾਂ ਦੀ ਜਿਹੜੀ ਸਤ ਸੰਗਤ ਹੈ ਬੇਮਲ, ਮਲ ਤੋਂ ਰਹਿਤ, ਜਿਹਨੂੰ ਅਸੀਂ ਪਵਿੱਤਰ ਕਹਿ ਸਕਦੇ ਹਾਂ, ਕਿ ਜਿਹੜੀ ਪਵਿੱਤਰ ਸਤ ਸੰਗਤ ਹੈ, ਆਤਮ ਰੰਗ ਚਲੂਲ ਭਇਆ, ਉਸ ਸਤ ਸੰਗਤ ਵਿੱਚ ਆ ਕੇ ਗੂੜ ਮਤ ਵਾਲੇ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਦਾ ਆਸਰਾ ਲੈ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ
ਆਤਮ ਤੁਹਾਡਾ ਆਤਮਿਕ ਜੀਵਨ ਜਿਹੜਾ ਹੈ ਰੰਗ ਗੱਗੇ ਨੂੰ ਸਿਆਰੀ ਪ੍ਰਭੂ ਪਿਆਰ ਦੇ ਰੰਗ ਦੇ ਵਿੱਚ ਚਲੂਲ ਭਇਆ, ਗੂੜੇ ਰੰਗ ਦੇ ਵਿੱਚ ਰੰਗਿਆ ਗਿਆ। ਆਏ ਤੇ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਵਿੱਚ ਗੁਰੂ ਸਾਹਿਬ ਦੀ ਸੰਗਤ ਦੇ ਵਿੱਚ ਹਾਂ। ਔਰ ਕਾਹਦੇ ਲਈ ਆਏ ਹਾਂ? ਤਾਂ ਕਿ ਅਸੀਂ ਆਤਮਿਕ ਤਲ ਤੇ ਮਾਲਕ ਦੇ ਨਾਮ ਨਾਲ ਪਿਆਰ ਦੇ ਰੰਗ ਵਿੱਚ ਰੰਗੇ ਜਾਈਏ। ਇੱਥੇ ਇੱਕ ਰੰਗ ਅਸੀਂ ਉਤਾਰਨਾ ਹੈ ਔਰ ਇੱਕ ਰੰਗ ਅਸੀਂ ਇੱਥੋਂ ਗੁਰੂ ਸਾਹਿਬ ਕੋਲੋਂ ਚੜਾਉਣਾ ਹੈ। ਜਿਹੜੇ ਰੰਗਾਂ ਵਿੱਚ ਅਸੀਂ ਰੰਗੇ ਹੋਏ ਹਾਂ ਉਸ ਤਰ੍ਹਾਂ ਉਸ ਮਾਲਕ ਦੀ ਬਖਸ਼ਿਸ਼, ਉਹਦੀ ਕਿਰਪਾ ਦੇ ਪਾਤਰ ਨਹੀਂ ਬਣ ਸਕਦੇ। ਤੇ ਜਿਹੜੇ ਰੰਗ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਰੰਗਣਾ ਹੈ ਉੱਥੇ ਅਪਾਰ ਬਖਸ਼ਿਸ਼, ਅਪਾਰ ਕਿਰਪਾ ਵਰਤਦੀ ਹੈ। ਇਸ ਲਈ ਸਾਨੂੰ ਦੁਨਿਆਵੀ, ਮਾਇਆਵੀ, ਵਿਕਾਰੀ ਜਿਹੜੇ ਰੰਗ ਨੇ, ਇਸ ਰੰਗ ਨੂੰ ਉਤਾਰ ਕੇ ਪ੍ਰਭੂ ਪਰਮੇਸ਼ਵਰ ਦੇ ਸੱਚੇ ਨਾਮ ਦੇ ਰੰਗ ਵਿੱਚ ਰੰਗਣਾ ਪੈਣਾ ਹੈ। ਤੇ ਸਾਨੂੰ ਰੰਗ ਰਤੜੀਆਂ ਰੂਹਾਂ ਦੀ ਸੰਗਤ ਹੀ ਕਰਨ ਵਾਸਤੇ ਕਿਹਾ ਗਿਆ। ਮਾਰੇ ਕਹਿੰਦੇ ਜੇ ਤੂੰ ਸੰਗਤ ਕਰਨੀ ਆ ਤਾਂ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਂ ਕੈ ਪਾਸ ਧੂੜ ਤਿਨਾਂ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਇਸ ਲਈ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਸੀਂ ਗੂੜ ਮਤ ਵਾਲੇ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆ ਕੇ, ਪਵਿੱਤਰ ਸਤ ਸੰਗਤ ਦੇ ਵਿੱਚ ਆ ਕੇ ਆਪਣੇ ਆਤਮ ਰਾਮ ਨੂੰ ਤੁਸੀਂ ਪ੍ਰੇਮ ਰੰਗ ਦੇ ਵਿੱਚ ਰੰਗਿਆ। ਤੇ ਗੁਰੂ ਸਾਹਿਬ ਜੀ ਲਿਲਾਰੀ ਬਣ ਕੇ ਸਾਨੂੰ ਰੰਗਦੇ ਹੀ ਨੇ। ਇਹ ਕੱਚਾ ਰੰਗ ਨਹੀਂ, ਇਹ ਪੱਕੇ ਰੰਗ ਦੇ ਵਿੱਚ ਰੰਗਦੇ ਨੇ। ਇਹ ਸਾਰੀ ਜ਼ਿੰਦਗੀ ਸਰੀਰਕ ਚੋਲਾ ਭਾਵੇਂ ਕਮਜ਼ੋਰ ਪੈ ਜਾਏ ਪਰ ਆਤਮਿਕ ਮੰਡਲ ਕਮਜ਼ੋਰ ਨਹੀਂ ਪਏਗਾ ਜੇ ਪਰਮੇਸ਼ਵਰ ਦੇ ਨਾਮ ਦੇ ਰੰਗ ਵਿੱਚ ਅਸੀਂ ਰੰਗੇ ਹੋਏ ਹਾਂ। ਕਿਉਂਕਿ ਕੱਪੜੇ ਰੰਗਣੇ ਹੋਣ ਤਾਂ ਉਹ ਤਾਂ ਸਾਡੇ ਕੋਲ ਬਾਹਰ ਬਹੁਤ ਲਿਲਾਰੀ ਨੇ, ਕੱਪੜਿਆਂ ਨੂੰ ਰੰਗ ਦੇਣ ਵਾਲੇ। ਜੇ ਅਸੀਂ ਆਪਣੇ ਮੁਖ ਨੂੰ, ਆਪਣੇ ਫੇਸ, ਆਪਣੇ ਚਿਹਰੇ ਨੂੰ ਵੀ ਅਸੀਂ ਰੰਗਣਾ ਹੋਵੇ ਤਾਂ ਉਹਦੇ ਲਈ ਵੀ ਬਹੁਤ ਤਰ੍ਹਾਂ ਦੇ ਤਰੀਕੇ ਨੇ। ਕਈ ਦੇਖੀਦੇ ਨੇ ਵਾਲ ਰੰਗਦੇ ਨੇ, ਕੋਈ ਕਿਸੇ ਰੰਗ ਦਾ, ਕੋਈ ਕਿਸੇ ਰੰਗ ਦਾ, ਕੋਈ ਰੰਗ ਛੱਡਿਆ ਹੀ ਨਹੀਂ। ਅੱਜ ਦੇ ਡਿਜ਼ਾਈਨ ਆਪਾਂ ਵੇਖਦੇ ਹਾਂ, ਅੱਧੇ ਭੂਰੇ ਕੀਤੇ ਹੁੰਦੇ ਨੇ, ਅੱਧੇ ਲਾਲ ਕੀਤੇ ਹੁੰਦੇ ਨੇ, ਅੱਧੇ ਪੀਲੇ ਕੀਤੇ ਹੁੰਦੇ ਨੇ। ਉਹ ਬਾਹਰੋਂ ਰੰਗਣਾ ਸੌਖਾ ਹੈ ਪਰ ਜਿਹੜਾ ਆਤਮਿਕ ਰੰਗ ਅੰਦਰ ਲੱਗਣਾ ਉਹ ਗੁਰੂ ਤੇ ਗੁਰੂ ਸਾਹਿਬ ਦੀ ਸਤ ਸੰਗਤ ਤੋਂ ਬਿਨਾਂ ਨਹੀਂ ਹੋਣਾ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ ਗੁਰ ਤੁਠੈ ਹਰ ਰੰਗ ਚਾੜਿਆ। ਗੁਰੂ ਸਾਹਿਬ ਜੀ ਨੇ ਤੁਰੁੱਠ ਕੇ ਰੰਗ ਚਾੜਨਾ। ਤੇ ਉਹ ਕਿਵੇਂ ਤੁਰੁੱਠਣਗੇ? ਜਦੋਂ ਅਸੀਂ ਸਤ ਸੰਗ ਦੇ ਵਿੱਚ ਆ ਕੇ ਜੁੜਨ ਦਾ ਯਤਨ ਕਰਾਂਗੇ। ਇਸ ਲਈ ਗੁਰੂ ਰਾਮਦਾਸ ਜੀ ਆਤਮ ਰੰਗ ਚਲੂਲ ਭਇਆ। ਚਲੂਲ ਦਾ ਅਰਥ ਹੈ ਗੂੜਾ ਰੰਗ, ਪਿਆਰ ਵਾਲਾ। ਉਹ ਰੰਗ ਜਿਹਦੀ ਉਪਮਾ ਨਹੀਂ ਕੀਤੀ ਜਾ ਸਕਦੀ, ਜਿਹਦੀ ਸੁੰਦਰਤਾ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਜਿਹਦੀ ਤੁਲਨਾ ਕਿਸੇ ਦੂਜੇ ਤੀਜੇ ਦੇ ਨਾਲ ਕੀਤੀ ਨਹੀਂ ਜਾ ਸਕਦੀ। ਚਲੂਲ ਗੂੜਾ ਰੰਗ ਜਿਹੜਾ ਹੈ ਉਹ ਤੁਹਾਡਾ ਅੰਦਰ ਜਿਹੜਾ ਆਤਮਿਕ ਮੰਡਲ ਹੈ ਨਾ, ਉਸ ਨਾਮ ਦੇ ਰੰਗ ਦੇ ਵਿੱਚ ਰੰਗਿਆ ਗਿਆ। ਜਾਗਿਆ ਮਨ ਕਵਲ ਸਹਿਜ ਪ੍ਰਕਾਸਿਆ ਅਪੈ ਨਿਰੰਜਨ ਕਰਹਿ ਲਹਾ। ਤੇ ਜਦੋਂ ਤੁਸੀਂ ਗੂੜ ਮਤ ਵਾਲੇ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਬੇਮਲ ਪਵਿੱਤਰ ਮਲ ਤੋਂ, ਵਿਕਾਰਾਂ ਦੀ ਮੈਲ ਤੋਂ ਰਹਿਤ ਸਤ ਸੰਗਤ ਵਿੱਚ ਆ ਕੇ ਆਪਣੇ ਆਤਮਿਕ ਮੰਡਲ ਨੂੰ ਤੁਸੀਂ ਗੂੜੇ ਰੰਗ ਵਿੱਚ, ਪਿਆਰ ਦੇ ਰੰਗ ਵਿੱਚ ਰੰਗ ਲਿਆ, ਉਦੋਂ ਕੀ ਹੋਇਆ? ਜਾਗਿਆ ਮਨ। ਜਿਹੜਾ ਮਨ ਸੁੱਤਾ ਹੋਇਆ ਸੀ ਉਹ ਜਾਗ ਗਿਆ, ਪੂਰਨ ਤੌਰ ਤੇ ਜਾਗ ਗਿਆ। ਕਈਆਂ ਦਾ ਮਨ ਤਾਂ ਬਿਲਕੁਲ ਘੂਕ ਸੁੱਤਾ ਹੀ ਪਿਆ, ਉਹਨਾਂ ਨੂੰ ਤਾਂ ਕੋਈ ਹੋਸ਼ ਹੀ ਨਹੀਂ ਹੈ, ਬੇਹੋਸ਼ ਹੋਏ ਪਏ ਨੇ। ਜ਼ਿੰਦਗੀ ਦਾ ਸਫ਼ਰ ਲੰਘ ਰਿਹਾ, ਜ਼ਿੰਦਗੀ ਦਾ ਸਮਾਂ ਬਤੀਤ ਹੋ ਰਿਹਾ, ਦਿਨ ਰਹਿਣ ਜਿਹੜਾ ਉਹ ਬਿਰਥਾ ਜਾ ਰਿਹਾ, ਪਰ ਮਨ ਸੁੱਤਾ ਪਿਆ, ਉਹਨੂੰ ਕੋਈ ਫਿਕਰ ਨਹੀਂ,
ਕੋਈ ਉਹਨੂੰ ਚਿੰਤਾ ਨਹੀਂ ਕਿ ਜ਼ਿੰਦਗੀ ਦਾ ਸਮਾਂ ਪਲ ਪਲ ਕਰਕੇ ਗੁਜ਼ਰ ਰਿਹਾ ਹੈ, ਦਿਨ ਦਿਨ ਅਵਧ ਘਟਤ ਹੈ, ਇਹ ਘਟ ਰਿਹਾ ਹੈ, ਪਰ ਮਨ ਨੂੰ ਕੋਈ ਚਿੰਤਾ ਨਹੀਂ ਹੈ। ਮਨ ਬੇਫਿਕਰ ਹੋ ਕੇ ਸੁੱਤਾ ਪਿਆ ਹੈ। ਕਈਆਂ ਦਾ ਮਨ ਕੁਝ ਕੁ % ਜਿਹੜਾ ਉਹ ਜਾਗਿਆ ਹੈ, ਕੁਝ ਜਗਿਆਸੂ ਜਿਹਨੂੰ ਆਪਾਂ ਕਹਿੰਦੇ ਆ। ਜਗਿਆਸੂ ਦਾ ਮਤਲਬ ਹੀ ਹੁੰਦਾ ਵੀ ਜਿਹਦੇ ਅੰਦਰ ਮਨ ਵਿੱਚ ਜਾਗਰਤਾ ਆਈ। ਪਰ ਕਈ ਅੱਧੇ ਸੁੱਤੇ ਨੇ ਤੇ ਅੱਧੇ ਜਾਗੇ ਹੋਏ ਨੇ। ਉਹਨਾਂ ਨੂੰ ਇੰਨਾ ਕੁ ਪਤਾ ਲੱਗ ਗਿਆ ਕਿ ਨਾਮ ਦਾ ਅਭਿਆਸ ਕਰਨਾ ਹੈ, ਸਤ ਸੰਗਤ ਕਰਨੀ ਹੈ, ਪਰ ਉਹ ਸੁੱਤੇ ਹੋਏ ਨੇ, ਉਹ ਵਿਕਾਰਾਂ ਦੇ ਵਿੱਚ ਵੀ ਗਲਤਾਨ ਨੇ। ਬੜੇ ਐਸੇ ਪ੍ਰਾਣੀ ਤੁਹਾਨੂੰ ਮਿਲ ਜਾਣਗੇ ਜਿਹੜੇ ਸਵੇਰੇ ਗੁਰੂ ਚਰਨਾਂ ਦੇ ਵਿੱਚ ਆਉਂਦੇ ਨੇ ਤੇ ਸ਼ਾਮ ਨੂੰ ਦੇਖੀਦਾ ਕਿਸੇ ਹੋਰ ਹੀ ਸੰਗਤ ਵਿੱਚ ਰੰਗੇ ਹੁੰਦੇ ਨੇ। ਉਹਨਾਂ ਦੇ ਸ਼ਾਮ ਦੀ ਸੰਗਤ ਕੋਈ ਹੋਰ ਹੀ ਰੰਗਾਂ ਵਿੱਚ ਰੰਗੀ ਹੁੰਦੀ, ਮਹਿਫਲ ਕੋਈ ਹੋਰ ਹੀ ਹੁੰਦੀ ਹੈ। ਤੇ ਬੰਦੇ ਨੂੰ ਕਹੀਏ ਵੀ ਸਵੇਰੇ ਤੇਰਾ ਰੰਗ ਹੋਰ ਹੁੰਦਾ ਹੈ, ਸ਼ਾਮੀ ਤੇਰਾ ਰੰਗ ਹੋਰ ਹੁੰਦਾ ਹੈ, ਇਹ ਕੀ ਚੱਕਰ ਹੈ? ਉਹ ਕਹਿਣ ਲੱਗੇ ਵੀ ਅਸੀਂ ਦੋਵੇਂ ਹੀ ਪਾਸੇ ਵੇਖਣੇ ਨੇ, ਆਪਣੀ ਮਹਿਫਲ ਵੀ ਨਹੀਂ ਛੱਡਣੀ, ਅਸੀਂ ਪਰਮਾਤਮਾ ਦਾ ਨਾਮ ਵੀ ਜਿਹੜਾ ਹੈ ਉਹ ਜਪਣਾ। ਉਹ ਤੇ ਫਿਰ ਹੋ ਗਿਆ ਨਾ 50-50 ਜਿਹਨੂੰ ਆਪਾਂ ਕਹਿੰਦੇ ਆ ਵੀ 50% ਅੰਦਰੋਂ ਜਿਹੜਾ ਉਹ ਹਜੇ ਵਿਕਾਰਾਂ ਨਾਲ ਹੀ ਭਰਿਆ ਹੈ ਤੇ ਜਿਹੜਾ 50% ਬਾਹਰੋਂ 50% ਜਿਹੜਾ ਹੈ ਉਹ ਦੱਸ ਰਿਹਾ ਹੈ ਕਿ ਮੈਂ ਧਰਮ ਨਾਲ ਵੀ ਜੁੜਿਆ ਹੋਇਆ। ਪਰ ਇਹ ਤਾਂ ਇਸ ਤਰ੍ਹਾਂ ਹੈ ਵੀ ਇੱਕ ਕਦਮ ਅੱਗੇ ਵਧਾਓ, ਇੱਕ ਕਦਮ ਪਿੱਛੇ, ਇੱਕ ਕਦਮ ਅੱਗੇ, ਇੱਕ ਕਦਮ ਪਿੱਛੇ, ਕਿੱਥੇ ਪਹੁੰਚੋਗੇ? ਕਿਤੇ ਵੀ ਨਹੀਂ ਪਹੁੰਚੋਗੇ। ਜਿੱਥੇ ਖਲੋਤੇ ਹੋ ਉੱਥੇ ਦੇ ਉੱਥੇ ਹੀ ਰਹਿ ਜਾਓਗੇ। ਅਸੀਂ ਇੱਕ ਕਦਮ ਅੱਗੇ ਵਧਾਇਆ ਧਰਮ ਵਾਲੇ ਪਾਸੇ, ਪਰਮੇਸ਼ਵਰ ਦੇ ਨਾਮ ਵਾਲੇ ਪਾਸੇ, ਇੱਕ ਕਦਮ ਅਸੀਂ ਪਿੱਛੇ ਆ ਕੇ ਫਿਰ ਉਸੇ ਮਹਿਫਲ ਵਿੱਚ ਆ ਕੇ ਬੈਠ ਗਏ। ਉਹੀ ਨਸ਼ੇ, ਉਹੀ ਵਿਕਾਰ, ਉਹੀ ਕੂੜ ਕਬਾੜ, ਝੂਠ, ਉਹਦੇ ਵਿੱਚ ਆ ਕੇ ਗਲਤਾਨ ਹੋ ਗਏ। ਇੱਕ ਕਦਮ ਅੱਗੇ ਵਧਾਇਆ ਸੀ, ਫਿਰ ਇੱਕ ਕਦਮ ਪਿੱਛੇ ਆ ਗਏ, ਫਿਰ ਜਿੱਥੇ ਸੀ ਉੱਥੇ ਦੇ ਉੱਥੇ ਹੀ ਰਹਿ ਗਏ। ਅੱਗੇ ਅਸੀਂ ਵਧ ਹੀ ਨਹੀਂ ਪਾਏ, ਅੱਗੇ ਚੱਲ ਹੀ ਨਹੀਂ ਪਾਏ। ਇੱਕ ਹੈ ਜਿਹੜਾ ਪੂਰੇ ਦਾ ਪੂਰਾ ਮਨ ਜਾਗ ਗਿਆ, ਜਿਹਦੇ ਮਨ ਵਿੱਚ ਪੂਰੀ ਜਾਗਰਤਾ ਆ ਗਈ ਹੈ। ਕਹਿਣ ਲੱਗੇ ਉਹ ਫਿਰ ਹੁਣ ਮਾੜੇ ਪਾਸੇ ਨਹੀਂ ਜਾਂਦਾ, ਉਹ ਹੁਣ ਵਿਕਾਰਾਂ ਵਾਲੇ ਪਾਸੇ ਨਹੀਂ ਜਾਂਦਾ, ਮਾੜੀ ਸੰਗਤ ਵਿੱਚ ਨਹੀਂ ਜਾਂਦਾ, ਉਹ ਹੁਣ ਦੁਨੀਆ ਦੇ ਰੰਗਾਂ ਵਿੱਚ ਰੰਗਣ ਵਾਸਤੇ ਨਹੀਂ ਜਾਂਦਾ, ਕਿਉਂਕਿ ਉਹਦਾ ਮਨ ਪੂਰੇ ਦਾ ਪੂਰਾ ਜਾਗ ਗਿਆ। ਅਸੀਂ ਆਪਣੇ ਮਨ ਨੂੰ ਜਗਾਉਣ ਵਾਸਤੇ ਹੀ ਆਏ ਹਾਂ, ਔਰ ਇਹ ਅਸੀਂ ਆਪਣੇ ਜੀਵਨ ਅੰਦਰ ਝਾਤੀ ਮਾਰ ਕੇ ਵੇਖਣੀ ਹੈ ਕਿ ਕਿੰਨਾ ਕੁ ਮੈਂ ਗੁਰਮਤ ਅਨੁਸਾਰ, ਗੁਰਬਾਣੀ ਅਨੁਸਾਰ ਮੈਂ ਜਾਗ ਗਿਆ। ਇਸ ਅਸਥਾਨ ਤੇ ਇਤਿਹਾਸ ਚੱਲ ਰਿਹਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ। ਫੱਗਣ ਦਾ ਮਹੀਨਾ ਤੇ ਵਿਸ਼ਾਲ ਰੂਪ ਵਿੱਚ ਸੰਗਤਾਂ ਆਈਆਂ। ਗੁਰੂ ਕੇ ਪਿਆਰਿਆਂ ਨੇ ਸਵਾਲ ਕੀਤਾ ਤੇ ਗੁਰੂ ਸਾਹਿਬ ਜੀ ਜਵਾਬ ਦਿੰਦੇ। ਜਿਨ੍ਹਾਂ ਇਤਿਹਾਸ ਸੁਣਿਆ ਰਾਤੀ, ਗੁਰੂ ਸਾਹਿਬ ਜੀ ਉਹਦੇ ਵਿੱਚ ਜ਼ਿਕਰ ਕੀਤਾ ਵੀ ਗੁਰਬਾਣੀ ਇੱਕ ਸ਼ੀਸ਼ਾ ਹੈ, ਗੁਰੂ ਦਾ ਦਰਬਾਰ ਇੱਕ ਸ਼ੀਸ਼ਾ ਹੈ। ਜਿੱਦਾਂ ਦੇ ਬਣ ਕੇ ਆਓਗੇ ਗੁਰਬਾਣੀ ਨੇ ਉਦਾਂ ਦੀ ਹੀ ਤੁਹਾਡੀ ਮੂਰਤ ਦਿਖਾ ਦੇਣੀ ਹੈ। ਜਿੱਦਾਂ ਦਾ ਤੁਹਾਡਾ ਆਚਰਣ ਹੋਏਗਾ, ਤੁਹਾਡੀ ਸੋਚ ਹੋਏਗੀ, ਤੁਹਾਡੀ ਅੰਦਰ ਦੀ ਵਿਚਾਰਧਾਰਾ ਹੋਏਗੀ, ਗੁਰਬਾਣੀ ਨੇ ਸ਼ੀਸ਼ੇ ਦੇ ਰਾਹੀਂ ਉਹੀ ਕੁਝ ਤੁਹਾਨੂੰ ਦਿਖਾ ਦੇਣਾ। ਤੇ ਜ਼ਿਕਰ ਕੀਤਾ ਸੀ ਕਿ ਰਾਤੀ ਜਦੋਂ ਅਸੀਂ ਨਿਤਨੇਮ ਦਾ ਗੁਟਕਾ ਸਾਹਿਬ ਖੋਲ ਕੇ ਪਾਠ ਕਰਦੇ ਆ ਨਾ, ਤੇ ਸਮਝ ਲੈਣਾ ਮੈਂ ਸ਼ੀਸ਼ਾ ਖੋਲ ਲਿਆ। ਤੇ ਜਿਹੜਾ ਮੈਂ ਨਿਤਨੇਮ ਵਿੱਚ ਬਾਣੀ ਦਾ ਪਾਠ ਕਰਨਾ ਹੈ, ਉਹ ਸ਼ੀਸ਼ਾ ਜਿਹੜਾ ਖੋਲਿਆ, ਉਹਦੇ ਨਾਲ ਨਾਲ ਮੈਂ ਆਪਣਾ ਕਰੈਕਟਰ ਵੀ ਵੇਖਣਾ ਹੈ, ਮੈਂ ਆਪਣਾ ਆਚਰਣ ਵੀ ਵੇਖਣਾ ਉਹਦੇ ਵਿੱਚ, ਕਿਉਂਕਿ ਬਾਹਰ ਦਾ ਸ਼ੀਸ਼ਾ ਚਿੱਤਰ ਦਿਖਾਏਗਾ, ਗੁਰਬਾਣੀ ਦਾ ਸ਼ੀਸ਼ਾ ਸਾਨੂੰ ਚਰਿੱਤਰ ਦਿਖਾਏਗਾ। ਅਸੀਂ ਨਿਤਨੇਮ ਕਰ ਰਹੇ ਹਾਂ, ਉਹਦੇ ਨਾਲ ਨਾਲ ਸਾਨੂੰ ਆਪਣਾ ਚਰਿੱਤਰ ਵੀ ਜਿਹੜਾ ਉਹਦੇ ਵਿੱਚੋਂ ਦਿਸਣਾ ਚਾਹੀਦਾ ਹੈ। ਤੇ ਜਦੋਂ ਚਰਿੱਤਰ ਦਿਸੇਗਾ ਤਾਂ ਹੀ ਉਹਦੇ ਵਿੱਚੋਂ ਅਸੀਂ ਮੈਲ ਦੂਰ ਕਰਾਂਗੇ। ਸ਼ੀਸ਼ੇ ਅੱਗੇ ਖਲੋ ਗਏ, ਜੇ ਸਾਡੇ ਚਿਹਰੇ ਉੱਤੇ ਕੋਈ ਕਾਲਕ ਲੱਗੀ ਅਸੀਂ ਸਾਫ਼ ਕਰਤੀ, ਕੋਈ ਮਿੱਟੀ ਲੱਗੀ ਤਾਂ ਸਾਫ਼ ਕਰਤੀ, ਕੋਈ ਦਾਗ ਸੀ ਅਸੀਂ ਉਹਨੂੰ ਦੂਰ ਕਰਨ ਦਾ ਯਤਨ ਕੀਤਾ। ਤੇ ਜਦੋਂ ਚਰਿੱਤਰ ਵੇਖਾਂਗੇ ਗੁਰਬਾਣੀ ਚੋਂ, ਜਿਹੜੇ ਦਾਗ ਅੰਦਰ ਵਿਕਾਰਾਂ ਦੇ ਲੱਗੇ ਨੇ, ਫਿਰ ਉਹਨੂੰ ਵੀ ਦੂਰ ਕਰਨ ਦਾ ਯਤਨ ਕਰਾਂਗੇ।
ਜਿਹੜੇ ਅੰਦਰ ਮੱਲ ਲੱਗੀ ਹੈ ਵਿਕਾਰਾਂ ਦੀ, ਉਹਨੂੰ ਧੋਣ ਦਾ ਯਤਨ ਕਰਾਂਗੇ। ਗੁਰਬਾਣੀ ਇੱਕ ਸ਼ੀਸ਼ਾ ਹੈ ਜੋ ਸਾਨੂੰ ਅੰਦਰੋਂ ਚਰਿੱਤਰ ਵਿਖਾਉਂਦੀ ਹੈ। ਅਸੀਂ ਆਪਣੇ ਚਰਿੱਤਰ ਨੂੰ, ਕਰੈਕਟਰ ਨੂੰ ਸਾਫ਼ ਰੱਖਣਾ ਹੈ, ਉੱਚਾ ਆਚਰਣ ਜਿਹੜਾ ਹੈ ਉਹ ਰੱਖਣਾ। ਇਹ ਸਾਡੇ ਤੇ ਡਿਪੈਂਡ ਕਰਦਾ ਹੈ, ਧਿਆਨ ਰੱਖਿਓ। ਇਹ ਸਾਡੇ ਉੱਤੇ ਜਿਹੜਾ ਇਹ ਡਿਪੈਂਡ ਕਰਦਾ ਵੀ ਅਸੀਂ ਆਪਣੇ ਆਚਰਣ ਦੇ ਉੱਤੇ ਕਾਲੇ ਰੰਗ ਦੇ, ਕਾਲੀ ਸ਼ਾਹੀ ਨਾਲ ਅੱਖਰ ਲਿਖਾਉਣੇ ਨੇ ਆਪਣੇ ਲੇਖ ਦੇ, ਕਿ ਅਸੀਂ ਚੰਗੇ, ਜਿਹੜੀ ਹੈ ਚੰਗੀ ਸ਼ਾਹੀ ਨਾਲ ਲਿਖਾਉਣੇ। ਕਿਉਂਕਿ ਗੁਰੂ ਸਾਹਿਬ ਨੇ ਤਾਂ ਕਹਿ ਦਿੱਤਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਬੁਰਾ ਤੇ ਭਲਾ ਇਹ ਤੂੰ ਲਿਖਾਉਣਾ ਹੈ। ਲਿਖਣਾ ਮਾਲਕ ਨੇ ਹੈ, ਕਲਮ ਉਹਦੇ ਹੱਥ ਵਿੱਚ ਹੈ, ਪਰ ਸ਼ਾਹੀ ਤਾਂ ਸਾਡੇ ਕੋਲ ਹੈ। ਮਨ ਮਸਵਾਣੀ, ਮਸ ਸ਼ਾਹੀ ਨੂੰ ਕਹਿੰਦੇ ਆ, ਮਸਵਾਣੀ ਜਿਹਦੇ ਵਿੱਚ ਸ਼ਾਹੀ ਭਰੀ ਜਾਏ। ਮਨ ਵਿੱਚ ਸ਼ਾਹੀ ਭਰੀ ਪਈ ਹੈ, ਪਰ ਸ਼ਾਹੀ ਕਿਹੜੀ ਭਰੀ ਪਈ ਹੈ? ਕਾਲੀ ਸ਼ਾਹੀ ਭਰੀ ਹੈ, ਤੇ ਫਿਰ ਲੇਖ ਵੀ ਉਦਾਂ ਦੇ ਹੀ ਲਿਖੇ ਜਾ ਰਹੇ ਨੇ। ਜੇ ਅਸੀਂ ਚੰਗੀ ਸ਼ਾਹੀ ਮਨ ਵਿੱਚ ਭਰਾਂਗੇ ਤੇ ਬੁਰਾ ਭਲਾ ਦੋਏ ਲੇਖ ਪਏ। ਚੰਗੇ ਲੇਖ ਆਪਣੇ ਲਿਖਵਾਵਾਂਗੇ ਤੇ ਫਿਰ ਚੰਗਾ ਫਲ ਮਿਲੇਗਾ। ਜੇ ਬੁਰੇ ਲੇਖ ਲਿਖਣਾ ਮਾਲਕ ਨਹੀਂ ਹੈ, ਕਿਉਂਕਿ ਬੁੜੀ ਕਲਮ ਉਹਦੇ ਹੱਥ ਵਿੱਚ ਹੈ, ਪਰ ਕਾਗਜ਼ ਤਾਂ ਸਾਡਾ ਹੈ ਨਾ, ਸ਼ਾਹੀ ਵੀ ਸਾਡੀ ਹੈ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ, ਲੇਖ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। ਕਹਿਣ ਲੱਗੇ ਜੇ ਤੂੰ ਬਹੁਤਾ ਸਿਆਣਾ ਹੈ ਤੇ ਫਿਰ ਆਪਣੇ ਅੰਦਰ ਝਾਤੀ ਮਾਰ, ਸ਼ਾਹੀ ਕਿਹੜੀ ਭਰ ਕੇ ਬੈਠਾ ਹੈ? ਜਨਮਾਂ ਜਨਮਾਂ ਦੀ ਕਾਲਖ ਲੱਗੀ ਪਈ ਹੈ ਮਨ ਨੂੰ। ਤੇਰੀ ਕਰਨੀ ਤੇਰਾ ਕਾਗਜ਼ ਹੈ, ਤੇਰਾ ਆਚਰਣ ਤੇਰਾ ਕਾਗਜ਼ ਹੈ, ਜਿਹਦੇ ਵਿੱਚ ਤੂੰ ਜਿੱਦਾਂ ਦੀ ਸ਼ਾਹੀ ਮਨ ਵਿੱਚ ਭਰੇਗਾ ਉਦਾਂ ਦੀ ਕਲਮ ਡਬੋ ਕੇ ਉਸ ਮਾਲਕ ਨੇ ਤੇਰੀ ਕਰਨੀ ਤੇ ਲੇਖ ਲਿਖ ਦੇਣਾ ਹੈ। ਇਸ ਲਈ ਫੈਸਲਾ ਅਸੀਂ ਆਪ ਖੁਦ ਕਰਨਾ ਹੈ ਕਿ ਅਸੀਂ ਬੁਰੇ ਕਰਮ ਕਰਨੇ ਨੇ ਕਿ ਚੰਗੇ ਕਰਮ ਕਰਨੇ। ਗੁਰਬਾਣੀ ਇਹੀ ਸ਼ੀਸ਼ਾ ਸਾਨੂੰ ਦਿਖਾਉਂਦੀ ਹੈ ਕਿ ਕਰਮ ਕਿਹੜੇ ਕਰਨੇ ਨੇ ਪਰ ਤੂੰ ਕਰ ਕਿਹੜੇ ਰਿਹਾ ਹੈ, ਸੰਗਤ ਕਿਹੜੀ ਕਰਨੀ ਹੈ ਪਰ ਤੂੰ ਕਰ ਕਿਹੜੀ ਰਿਹਾ ਹੈ, ਕਿਹੜੇ ਰਸਤੇ ਚੱਲਣਾ ਹੈ ਤੂੰ ਚੱਲ ਕਿਹੜੇ ਰਸਤੇ ਰਿਹਾ ਹੈ। ਖੈਰ ਭੱਟ ਜੀ ਕਹਿ ਰਹੇ ਨੇ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਗੂੜ ਮੱਤ ਵਾਲੇ, ਡੂੰਗੀ ਮੱਤ ਵਾਲੇ ਸਤਿਗੁਰੂ ਦੀ ਸ਼ਰਨ ਵਿੱਚ ਜਦੋਂ ਤੁਸੀਂ ਆ ਕੇ ਆਤਮ ਰੰਗ ਵਿੱਚ ਤੁਸੀਂ ਰੰਗੇ ਗਏ, ਜਾਗਿਆ ਮਨ, ਪੂਰਨ ਤੌਰ ਤੇ ਮਨ ਜਿਹੜਾ ਸੀ ਉਹ ਜਾਗ ਗਿਆ। ਮਨ ਵਿੱਚ ਪੂਰਨ ਤੌਰ ਤੇ ਜਾਗਰਤਾ ਜਿਹੜੀ ਸੀ ਉਹ ਆ ਗਈ। ਹੁਣ ਜਦੋਂ ਮਨ ਜਾਗਿਆ, ਕਵਲ ਸਹਿਜ ਪ੍ਰਕਾਸਿਆ, ਅੰਦਰ ਮਨ ਜਾਗਿਆ ਤੇ ਸਹਿਜ ਆ ਗਿਆ, ਅਡੋਲਤਾ ਆ ਗਈ। ਜਦੋਂ ਅਡੋਲਤਾ ਆਈ ਤੇ ਜਿਹੜਾ ਅੰਦਰ ਕਹਿੰਦੇ ਮੁਰਝਾਇਆ ਪਨ ਸੀ ਨਾ, ਜਿਵੇਂ ਕਮਲ ਦੇ ਫੁੱਲ ਦੀਆਂ ਪੰਖੜੀਆਂ ਖਿੜ ਜਾਂਦੀਆਂ ਨੇ, ਕਹਿੰਦੇ ਇਸੇ ਤਰ੍ਹਾਂ ਅੰਦਰ ਜਿਹੜਾ ਮੁਰਝਾਇਆ ਪਿਆ ਸੀ ਉਹ ਪੂਰਨ ਤੌਰ ਤੇ ਖਿੜਾਓ ਵਿੱਚ ਆ ਗਿਆ। ਅੰਦਰ ਖੁਸ਼ੀਆਂ ਖੇੜਾ ਜਿਹੜਾ ਸੀ ਉਹ ਅੰਦਰ ਵਿਗਾਸ ਬਣ ਗਿਆ। ਅੰਦਰ ਦੇਖੋ ਅਸੀਂ ਬਾਹਰੋਂ ਭਾਵੇਂ ਮੁਸਕਰਾਉਂਦੇ ਪਏ ਆ, ਪਰ ਸਾਡਾ ਇਹ ਬਾਹਰ ਦਾ ਮੁਸਕਰਾਉਣਾ ਬਨਾਵਟੀ ਹੈ। ਅਸੀਂ ਦੁਨੀਆ ਨੂੰ ਦਿਖਾ ਰਹੇ ਹਾਂ ਝੂਠਾ ਹਾਸਾ, ਪਰ ਅੰਦਰੋਂ ਤਾਂ ਮੁਰਝਾਏ ਪਏ ਆ। ਅੰਦਰ ਤਾਂ ਸਾਡੇ ਮੁਰਝਾਇਆਪਨ ਹੈ, ਬਾਹਰ ਅਸੀਂ ਖਿੜ ਕੇ ਬਨਾਵਟੀ ਦੁਨੀਆ ਨੂੰ ਦਿਖਾ ਰਹੇ, ਕਿਉਂਕਿ ਅੱਜ ਸਮਾਂ ਹੀ ਬਨਾਵਟੀ ਹੈ। ਸਮਾਂ ਹੀ ਜਿਹੜਾ ਉਹ ਇਸ ਤਰ੍ਹਾਂ ਦਾ ਆ ਗਿਆ ਕਿ ਬਨਾਵਟ ਜ਼ਿਆਦਾ ਹੈ, ਮਿਲਾਵਟ ਜ਼ਿਆਦਾ ਹੈ, ਸ਼ੁੱਧਤਾ ਘੱਟ ਹੈ, ਓਰੀਜਨਲ ਘੱਟ ਹੈ ਤੇ ਮਿਲਾਵਟ ਜ਼ਿਆਦਾ ਹੈ। ਇਸ ਲਈ ਸਾਡੇ ਕੋਲ ਬਨਾਵਟੀ ਖੁਸ਼ੀਆਂ ਬਾਹਰ ਦੀਆਂ ਬਹੁਤ ਨੇ, ਪਰ ਜੇ ਅੰਦਰ ਵੇਖਾਂਗੇ ਤੇ ਮੁਰਝਾਏ ਪਏ ਆ। ਜਿਸੇ ਹਸਤਾ ਹੁਆ ਪਾਓਗੇ ਉਹ ਪਰੇਸ਼ਾਨ ਹੋਗਾ। ਜਿਹਨੂੰ ਬਾਹਰੋਂ ਹੱਸਦਾ ਵੇਖਾਂਗੇ, ਅਕਸਰ ਉਹ ਅੰਦਰ ਪਤਾ ਨਹੀਂ ਕਿੰਨੀਆਂ ਪਰੇਸ਼ਾਨੀਆਂ ਲੈ ਕੇ ਬੈਠਾ ਹੈ। ਅੰਦਰੋਂ ਉਹ ਬਿਲਕੁਲ ਮੁਰਝਾਇਆ ਪਿਆ, ਪਰ ਦੁਨੀਆ ਨੂੰ ਉਹ ਮੁਸਕਰਾ ਕੇ ਦਿਖਾ ਰਿਹਾ ਹੈ। ਗੁਰੂ ਰਾਮਦਾਸ ਪਾਤਸ਼ਾਹ ਹੁਣ ਖਿੜੇ ਕੋਲ ਆਓਗੇ ਤੇ ਖੇੜਾ ਹੀ ਲੈ ਕੇ ਜਾਓਗੇ, ਜੇ ਮੁਰਝਾਏ ਹੋਏ ਕੋਲ ਆਓਗੇ ਤੇ ਅੰਦਰੋਂ ਮੁਰਝਾ ਕੇ ਹੀ ਜਾਓਗੇ। ਤੁਸੀਂ ਕਿਸੇ ਕੋਲ ਆਸ ਰੱਖ ਕੇ ਆਏ ਹੋ, ਪਹਿਲਾਂ ਹੀ ਨਿਰਾਸ਼ ਬੈਠਾ ਸੀ। ਤੁਸੀਂ ਆਸ ਰੱਖ ਕੇ ਕਿਸੇ ਕੋਲ ਆਏ ਤੇ ਉਹ ਨਿਰਾਸ਼ ਹੋ ਕੇ ਬੈਠਾ ਸੀ, ਤੁਸੀਂ ਵੀ ਨਿਰਾਸ਼ ਹੋ ਕੇ ਵਾਪਸ ਚਲੇ ਗਏ, ਕਿਉਂਕਿ ਆਏ ਉਹਦੇ ਕੋਲ ਜਿਹੜਾ ਪਹਿਲਾਂ ਨਿਰਾਸ਼। ਉਹਦੇ ਕੋਲ ਆਈਏ ਜਿਹੜਾ ਸਦਾ ਖਿੜਿਆ ਹੋਇਆ ਹੈ, ਜਿਹੜਾ ਸਦਾ ਵਿਗਾਸ ਵਿੱਚ ਹੈ।
ਤੇ ਜਦੋਂ ਉਹਦੀ ਸੰਗਤ ਵਿੱਚ ਆ ਜਾਓ ਤੁਹਾਨੂੰ ਵੀ ਖੇੜਾ ਖਿੜਾਓ ਵਿਗਾਸ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਇਸ ਲਈ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡਾ ਮਨ ਜਦੋਂ ਪੂਰਨ ਤੌਰ ਤੇ ਜਾਗਿਆ ਅੰਦਰ ਕੀ ਆਇਆ, ਸਹਿਜ ਟਿਕਾਊ ਅੰਦਰ ਬਣ ਗਿਆ। ਤੇ ਜਦੋਂ ਟਿਕਾ ਅੰਦਰ ਬਣਿਆ ਤੇ ਅੰਦਰ ਦਾ ਜਿਹੜਾ ਕੌਲ ਫੁੱਲ ਸੀ ਉਹ ਸਦਾ ਲਈ ਖਿੜ ਗਿਆ। ਤੇ ਜਦੋਂ ਖਿੜਿਆ ਆਪੈ ਨਿਰੰਜਨ ਘਰ ਹੈ ਲਹਾ। ਆਪੈ, ਭੈ ਤੋਂ ਰਹਿਤ, ਐੜਾ ਨਾਵਾਚਕ ਹੈ। ਕਹਿੰਦੇ ਸਾਰੇ ਡਰ ਅੰਦਰ ਜਿਹੜੇ ਸੀ ਨਾ ਉਹ ਸਾਰੇ ਡਰ ਦੂਰ ਹੋ ਗਏ। ਅੰਦਰੋਂ ਨਿਰਭਉ ਦੀ ਅਵਸਥਾ ਬਣ ਗਈ। ਤੇ ਜਦੋਂ ਨਿਰਭਉ ਦੀ ਅਵਸਥਾ ਬਣੀ, ਨਿਰੰਜਨ ਜਿਹੜਾ ਨਿਰਅੰਜਨ ਅੰਜਨ ਤੋਂ ਰਹਿਤ ਪਰਮੇਸ਼ਵਰ ਹੈ, ਘਰ ਹੈ ਲਹਾ। ਹਾਹੇ ਨੂੰ ਸਿਹਾਰੀ ਘਰ ਦੇ ਵਿੱਚ ਲਹਾ ਪ੍ਰਾਪਤ ਕੀਤਾ। ਤੁਸੀਂ ਪਰਮੇਸ਼ਵਰ ਨੂੰ ਘਰ ਦੇ ਵਿੱਚੋਂ ਹੀ ਪ੍ਰਾਪਤ ਕਰ ਲਿਆ। ਘਰ ਦਾ ਅਰਥ ਹਿਰਦਾ। ਆ ਸਰੀਰ ਆ ਜਿਹੜਾ ਹੈ ਨਾ ਇਹ ਘਰ ਹੈ। ਇਸ ਘਰ ਦੇ ਅੰਦਰ ਹੀ ਤੁਹਾਨੂੰ ਪ੍ਰਭੂ ਪਰਮੇਸ਼ਵਰ ਦੀ ਪ੍ਰਾਪਤੀ ਹੋ ਗਈ। ਤੇ ਗੂੜ ਮਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਉਹ ਸਾਨੂੰ ਇਹੀ ਤਾਂ ਮਤ ਦਿੰਦੀ ਹੈ ਕਿ ਤੂੰ ਜੇ ਪਰਮੇਸ਼ਵਰ ਨੂੰ ਪਾਉਣਾ ਹੈ ਤਾਂ ਬਾਹਰ ਢੂੰਡਣ ਦੀ ਬਜਾਏ ਆਪਣੇ ਅੰਦਰ ਢੂੰਡਣ ਦਾ ਯਤਨ ਕਰ। ਆਪਣੇ ਦਿਲ ਵਿੱਚ ਖੋਜਣ ਦਾ ਯਤਨ ਕਰ। ਜੰਗਲ ਦੀ ਬਜਾਏ, ਪਹਾੜਾਂ ਦੀ ਬਜਾਏ, ਮਿੱਟੀ ਦੀ ਬਜਾਏ, ਦੇਹਧਾਰੀ ਦੀ ਬਜਾਏ, ਜਿਹੜਾ ਬਾਹਰ ਦੇ ਕਰਮ ਕਾਂਡ ਨੇ ਇਹਨਾਂ ਵਿੱਚ ਪੈਣ ਦੀ ਬਜਾਏ ਤੂੰ ਰੋਜ਼ ਆਪਣੇ ਅੰਦਰ ਉਹਨੂੰ ਖੋਜਣ ਦਾ ਯਤਨ ਕਰ। ਜਿਸ ਗੁਰੂ ਗੂੜ ਮੱਤ ਵਾਲੇ ਸਤਿਗੁਰੂ ਕੋਲ ਆਏਗਾ ਉਹਨੇ ਤੈਨੂੰ ਘਰ ਦੇ ਅੰਦਰ ਹੀ ਪਰਮੇਸ਼ਵਰ ਨਾਲ ਮਿਲਾ ਦੇਣਾ। ਕਿਉਂਕਿ ਸਤਿਗੁਰੂ ਮਹਾਰਾਜ ਜੀ ਦੇ ਬਚਨ ਨੇ ਬਾਣੀ ਵਿੱਚ ਕਿ ਬਾਹਰ ਢੂੰਡਣ ਤੇ ਛੋਟ ਪਰਾ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਗੁਰੂ ਸਾਹਿਬ ਨੇ ਘਰ ਦੇ ਅੰਦਰ ਹੀ ਦਿਖਾ ਦਿੱਤਾ। ਬਾਹਰੋਂ ਜਿਹੜਾ ਸੀ ਉਹ ਛੋਟੀ ਗਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਬਾਹਰ ਦੀ ਯਾਤਰਾਵਾਂ ਕਰਦੇ ਰਹੇ, ਪਰ ਜਦੋਂ ਸਤਿਗੁਰੂ ਗੂੜ ਮੱਤ ਵਾਲੇ ਗੁਰੂ ਨਾਨਕ ਸਾਹਿਬ ਜੀ ਕੋਲ ਆਏ ਤੇ ਬਾਹਰ ਦੀ ਭਟਕਣਾ ਛੁੱਟ ਗਈ। ਗੁਰੂ ਅਮਰਦਾਸ ਮਹਾਰਾਜ ਜੀ ਬਾਹਰ ਦੀਆਂ ਯਾਤਰਾਵਾਂ ਕਰਦੇ ਰਹੇ, ਜਦੋਂ ਗੂੜ ਮੱਤ ਵਾਲੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੇ ਕੋਲ ਆਏ ਤੇ ਬਾਹਰ ਦੀ ਭਟਕਣਾ ਛੁੱਟ ਗਈ। ਬਾਹਰ ਦਾ ਸਫ਼ਰ ਜਿਹੜਾ ਸੀ ਉਹ ਛੁੱਟ ਗਿਆ, ਅੰਦਰ ਦਾ ਸਫ਼ਰ ਫਿਰ ਸ਼ੁਰੂ ਹੋਇਆ। ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਪਾਤਸ਼ਾਹ ਦੀ ਸੰਗਤ ਵਿੱਚ ਆ ਕੇ ਤੁਸੀਂ ਆਪੈ ਪਦਵੀ ਨੂੰ ਪ੍ਰਾਪਤ ਕੀਤਾ। ਭੈ ਤੋਂ ਰਹਿਤ, ਡਰ ਤੋਂ ਰਹਿਤ। ਜਦੋਂ ਤੁਸੀਂ ਨਿਰਭਉ ਹੋ ਗਏ ਤਾਂ ਨਿਰਅੰਜਨ ਜਿਹੜਾ ਅੰਜਨ ਤੋਂ ਰਹਿਤ ਪਰਮੇਸ਼ਵਰ ਸੀ, ਘਰ ਹੈ ਲਹਾ, ਉਹਦੀ ਪ੍ਰਾਪਤੀ ਤੁਹਾਨੂੰ ਘਰ ਦੇ ਅੰਦਰੋਂ ਹੀ ਹੋ ਗਈ। ਜਦੋਂ ਤੁਸੀਂ ਸਤਿਗੁਰ ਗੂੜ ਮੱਤ ਵਾਲੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਕੇ ਇਹ ਬਖਸ਼ਿਸ਼ਾਂ ਲਈਆਂ। ਸਤਿਗੁਰ ਦਇਆਲ ਹਰ ਨਾਮ ਦਿਰੜਾਇਆ, ਤਿਸ ਪ੍ਰਸਾਦ ਵਸ ਪੰਚ ਕਰੇ। ਥੋੜਾ ਜਿਹਾ ਸਮਝ ਲੈਣਾ। ਭੱਟ ਜੀ ਕਹਿੰਦੇ ਆ ਵੀ ਗੁਰੂ ਰਾਮਦਾਸ ਜੀ ਤੁਸੀਂ ਸਤਿਗੁਰੂ ਦੀ ਸ਼ਰਨ ਪਵਿੱਤਰ ਸੰਗਤ ਵਿੱਚ ਆ ਕੇ ਆਪਣੇ ਆਤਮ ਰਾਮ ਨੂੰ ਪਰਮੇਸ਼ਵਰ ਦੇ ਪਿਆਰ ਵਾਲੇ ਨਾਮ ਦੇ ਰੰਗ ਵਿੱਚ ਰੰਗਿਆ ਔਰ ਤੁਸੀਂ ਆਪਣੇ ਮਨ ਨੂੰ ਪੂਰਨ ਤੌਰ ਤੇ ਜਗਾ ਕੇ ਆਪਣੇ ਅੰਦਰ ਦੇ ਕੌਲ ਫੁੱਲ ਨੂੰ ਪੂਰਨ ਤੌਰ ਤੇ ਖਿੜਾ ਲਿਆ। ਖਿੜਾਓ ਪੈਦਾ ਹੋ ਗਿਆ, ਸਹਿਜ ਵਿਗਾਸ ਪੈਦਾ ਹੋ ਗਿਆ ਔਰ ਅੰਦਰ ਹੀ ਤੁਹਾਨੂੰ ਨਿਰੰਜਨ ਪਰਮੇਸ਼ਵਰ ਦੀ ਪ੍ਰਾਪਤੀ ਹੋ ਗਈ। ਹੁਣ ਪੁੱਛਿਆ ਵੀ ਜਿਸ ਸਤਿਗੁਰੂ ਕੋਲ ਆਏ ਸੀ ਉਹ ਸਤਿਗੁਰੂ ਨੇ ਕੀਤਾ ਕੀ? ਤਾਂ ਭੱਟ ਜੀ ਕਹਿੰਦੇ ਸਤਿਗੁਰ ਦਇਆਲ। ਸਤਿਗੁਰ ਦੇ ਰਾਰੇ ਨੂੰ ਸਿਹਾਰੀ ਸਤਿਗੁਰ ਨੇ, ਦਇਆਲ ਲੱਲੇ ਨੂੰ ਸਿਹਾਰੀ ਦਇਆ ਦੇ ਘਰ ਵਿੱਚ ਆ ਕੇ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਨ ਕਬਹੂ ਝੂਰੀ ਹੈ। ਸਤਿਗੁਰੂ ਨੇ ਦਇਆ ਦੇ ਘਰ ਵਿੱਚ, ਤਰਸ ਦੇ, ਕਿਰਪਾ ਦੇ, ਮਿਹਰ ਦੇ, ਬਖਸ਼ਿਸ਼ ਦੇ ਘਰ ਵਿੱਚ ਆ ਕੇ ਹਰ ਨਾਮ ਦ੍ਰਿੜਾਇਆ। ਅੰਦਰ ਨਾਮ ਦ੍ਰਿੜ ਕਰ ਦਿੱਤਾ, ਪੱਕਾ ਕਰ ਦਿੱਤਾ। ਇਹ ਹੁਣ ਭਾਵੇਂ ਉਤਰਾ ਚੜਾ ਜ਼ਿੰਦਗੀ ਵਿੱਚ ਜਿੰਨਾ ਮਰਜ਼ੀ ਆਈ ਜਾਏ,
ਦੁੱਖ ਸੁੱਖ ਜਿੰਨਾ ਮਰਜੀ ਆਈ ਜਾਏ, ਪਰ ਅੰਦਰ ਨਾਮ ਦ੍ਰਿੜ ਹੋ ਗਿਆ। ਅੰਦਰੋਂ ਹੁਣ ਨਾਮ ਤੋਂ ਪਾਸਾ ਵੱਟ ਕੇ ਕਿਸੇ ਹੋਰ ਵੱਲ ਧਿਆਨ ਸੁਰਤ ਜਾਂਦੀ ਹੋਈ ਨਹੀਂ ਹੈ। ਹੁਣ ਦੁੱਖ ਸੁੱਖ ਦੇ ਵਿੱਚ ਬਸ ਅੰਦਰ ਹਿਰਦਾ ਪਰਮੇਸ਼ਵਰ ਦੇ ਨਾਮ ਨਾਲ ਜੁੜਿਆ ਹੋਇਆ ਹੈ। ਸਤਿਗੁਰੂ ਜੀ ਨੇ, ਗੁਰੂ ਅਮਰਦਾਸ ਪਾਤਸ਼ਾਹ ਨੇ ਦਇਆ ਦੇ, ਤਰਸ ਦੇ ਘਰ ਵਿੱਚ ਆ ਕੇ ਤੁਹਾਨੂੰ ਨਾਮ ਜਿਹੜਾ ਸੀ ਉਹ ਦ੍ਰਿੜ ਕਰਵਾਇਆ। ਔਰ ਜਦੋਂ ਨਾਮ ਦ੍ਰਿੜ ਕਰਵਾਇਆ, ਤਿਸ ਪ੍ਰਸਾਦ, ਤਿਸ ਦਾ ਅਰਥ ਕੀ ਹੈ? ਹਰ ਨਾਮ ਦ੍ਰਿੜਾਇਆ। ਜਿਹੜਾ ਸਤਿਗੁਰੂ ਨੇ ਨਾਮ ਅੰਦਰ ਦ੍ਰਿੜ ਕਰ ਦਿੱਤਾ ਨਾ, ਪੱਕਾ ਅੰਦਰ ਹਿਰਦੇ ਵਿੱਚ ਵਸਾ ਦਿੱਤਾ, ਤਿਸ ਪ੍ਰਸਾਦ, ਉਸ ਨਾਮ ਦੀ ਕਿਰਪਾ ਦੇ ਨਾਲ, ਉਸ ਨਾਮ ਦੀ ਬਰਕਤ ਅੰਦਰ ਐਸੀ ਪੈ ਗਈ ਕਿ ਵਸ ਪੰਚ ਕਰੇ। ਤੁਸੀਂ ਪੰਜਾਂ ਨੂੰ ਵਸ ਕਰ ਲਿਆ। ਪੰਜ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਹਨਾਂ ਪੰਜਾਂ ਨੂੰ ਤੁਸੀਂ ਵਸ ਕਰ ਲਏ। ਔਰ ਇਹੀ ਸਭ ਤੋਂ ਵੱਡਾ ਮਹਾਨ ਕੰਮ ਹੈ। ਸਿਰਫ ਬਾਹਰੋਂ ਧਰਮ ਦਾ ਪਹਿਰਾਵਾ ਪਾਉਣਾ ਕੋਈ ਮਹਾਨ ਕੰਮ ਨਹੀਂ, ਜਾਂ ਬਾਹਰੋਂ ਧਰਮ ਦਾ ਲਿਬਾਸ ਪਾ ਕੇ ਮਹਾਨ ਪੁਰਸ਼ ਦੀ ਸਟੈਂਪ, ਮੋਹਰ ਲਾਉਣੀ ਕੋਈ ਸੌਖੀ ਨਹੀਂ। ਬ੍ਰਹਮ ਗਿਆਨੀ ਦੀ ਮੋਹਰ ਲਾਉਣੀ ਕੋਈ ਸੌਖੀ ਨਹੀਂ ਹੈ, ਹਰ ਕੋਈ ਲਾਈ ਫਿਰਦਾ ਹੈ। ਪਰ ਸਾਹਿਬ ਕਹਿੰਦੇ ਪੰਜ ਜਿਹੜੇ ਨੇ ਵਸ ਕਰਨੇ, ਇਹ ਬਹੁਤ ਵੱਡਾ ਕੰਮ ਹੈ। ਹਰ ਕੋਈ ਆਪਣੇ ਅੰਦਰ ਦੇ ਇਹਨਾਂ ਪੰਜਾਂ ਨੂੰ ਵਸ ਨਹੀਂ ਕਰ ਸਕਦਾ। ਜਿਨੇ ਆਪਣੇ ਅੰਦਰ ਨੂੰ ਵਸ, ਇਹਨਾਂ ਪੰਜਾਂ ਨੂੰ ਵਸ ਵਿੱਚ ਕਰ ਲਿਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ, ਤੇ ਧਿਆਨ ਰੱਖਿਓ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਵਸ ਵੀ ਨਹੀਂ ਹੋਣੇ। ਜੇ ਆਪਾਂ ਕਹੀਏ ਵੀ ਅਸੀਂ ਆਪਣੀ ਮੱਤ ਨਾਲ, ਸਿਆਣਪ ਨਾਲ, ਚਤਰਾਈ ਨਾਲ, ਚਲਾਕੀ ਨਾਲ ਇਹਨਾਂ ਪੰਜਾਂ ਨੂੰ ਕਾਬੂ ਕਰ ਲਾਂਗੇ, ਇੱਥੇ ਤੇ ਬੜੇ ਬੜੇ ਤਪਸਵੀ ਵੀ ਫੇਲ ਹੋ ਗਏ, ਬੜੇ ਬੜੇ ਰਿਸ਼ੀ ਮੁਨੀ ਵੀ ਫੇਲ ਹੋ ਗਏ, ਬੜੀ ਬੜੀ ਯੋਗ ਸਾਧਨਾਵਾਂ ਵਾਲੇ ਵੀ ਫੇਲ ਹੋ ਗਏ, ਇਹਨਾਂ ਪੰਜਾਂ ਦੇ ਅੱਗੇ ਹਾਰ ਗਏ। ਸਤਿਗੁਰੂ ਦੀ ਕਿਰਪਾ ਨਾਲ ਹੀ ਇਹ ਪੰਜੇ ਵਸ ਵਿੱਚ ਆਉਣੇ ਨੇ। ਸੁਖਮਨੀ ਸਾਹਿਬ ਦੀ ਬਾਣੀ ਵਿੱਚ ਅਸੀਂ ਇਹੀ ਤੇ ਪੜ੍ਹਦੇ ਹਾਂ ਕਿ ਵਾਹਿਗੁਰੂ, ਗੁਰੂ ਸਾਹਿਬ ਤੁਹਾਡੀ ਸ਼ਰਨ ਵਿੱਚ ਆਏ ਆ, ਇਹਨਾਂ ਪੰਜਾਂ ਨੂੰ ਕਾਬੂ ਕਰਨਾ ਕਿਵੇਂ ਹੈ, ਜਾਂ ਇਹਨਾਂ ਤੋਂ ਛੁਟਕਾਰਾ ਕਿਵੇਂ ਪਾਉਣਾ ਹੈ, ਇਹ ਤੁਸੀਂ ਕਿਰਪਾ ਕਰਨੀ ਹੈ। ਕਾਮ, ਕ੍ਰੋਧ, ਅਰ ਲੋਭ, ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਕਹਿੰਦੇ ਨੇ ਗੁਰੂ ਸਾਹਿਬ ਤੁਸੀਂ ਪ੍ਰਸਾਦ ਕਿਰਪਾ ਆਪਣੀ ਕਰੋ, ਤਾਂ ਕਿ ਪ੍ਰਭੂ ਦੀ ਸ਼ਰਨ ਵਿੱਚ, ਭਾਵ ਉਹਦੇ ਨਾਮ ਦੇ ਵਿੱਚ ਰਤਿਆਂ ਹੋਇਆਂ, ਰੰਗਿਆਂ ਹੋਇਆਂ ਵਸ ਪੰਚ ਕਰੇ, ਇਹਨਾਂ ਪੰਜਾਂ ਨੂੰ ਵਸ ਵਿੱਚ ਕਰ ਲਈਏ। ਅਸੀਂ ਤਾਂ ਮਨ ਸਾਡਾ ਇਹਨਾਂ ਦੇ ਵਸ ਹੈ। ਜੋ ਕਾਮ ਨੇ ਕਹਿਣਾ ਮਨ ਨੇ ਉਹੀ ਕਰਨਾ ਹੈ, ਜੋ ਕ੍ਰੋਧ ਨੇ ਕਹਿਣਾ ਮਨ ਨੇ ਉਹੀ ਕਰਨਾ ਹੈ, ਜੋ ਲੋਭ ਨੇ ਕਹਿਣਾ ਉਹੀ ਮਨ ਨੇ ਕਰਨਾ, ਜੋ ਹੰਕਾਰ ਨੇ ਕਹਿਣਾ ਉਹੀ ਮਨ ਦੇ ਰਾਹੀਂ ਬੋਲੀ ਬੋਲੀ ਜਾਣੀ ਹੈ। ਹਜੇ ਤਾਂ ਮਨ ਇਹਨਾਂ ਦੇ ਵਸ ਹੈ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੈ ਘਰ ਬਾਰ ਮਨਾ। ਅਸੀਂ ਆਪਣੇ ਘਰ ਨੂੰ ਕਿਵੇਂ ਬਚਾ ਕੇ ਰੱਖੀਏ, ਕਿਉਂਕਿ ਉਹ ਪੰਜ ਨੇ ਤੇ ਇੱਧਰ ਮਨ ਇੱਕ ਹੈ। ਉਹਨਾਂ ਪੰਜਾਂ ਨੇ ਇੱਕ ਮਨ ਨੂੰ ਕਾਬੂ ਕੀਤਾ ਹੋਇਆ ਹੈ। ਕਦੀ ਉਹ ਖਿੱਚ ਲੈਂਦਾ ਹੈ, ਕਦੀ ਉਹ ਅੰਦਰ। ਇਹੀ ਤੇ ਝਗੜਾ, ਇਹੀ ਤੇ ਕਲੇਸ਼ ਹੈ ਸਾਡੇ ਅੰਦਰ ਦਾ। ਬਾਹਰ ਦਾ ਝਗੜਾ, ਬਾਹਰ ਦਾ ਕਲੇਸ਼ ਤਾਂ ਆਪਾਂ ਬਹਿ ਕੇ ਮੁਕਾ ਲਾਂਗੇ, ਪਰ ਜਿਹੜਾ ਅੰਦਰ ਸਾਡੇ ਝਗੜਾ ਪਿਆ ਹੋਇਆ ਉਹ ਕਿਵੇਂ ਮੁਕਾਇਆ ਜਾਏਗਾ। ਅਸੀਂ ਆਪਣੇ ਘਰ ਵਿੱਚ ਜਿਹੜਾ ਸੁੱਖ, ਚੈਨ, ਆਰਾਮ, ਇਨਸਾਨੀਅਤ ਸਾਡੇ ਅੰਦਰ ਦੀ ਲੁੱਟੀ ਜਾ ਰਹੀ ਹੈ, ਨਿਤ ਇਹਨਾਂ ਦੀ ਮਾਰ ਸਾਨੂੰ ਪੈ ਰਹੀ ਹੈ, ਉਹਦੇ ਤੋਂ ਕਿਵੇਂ ਬਚਾਂਗੇ? ਜਦੋਂ ਸਤਿਗੁਰੂ ਜੀ ਦੀ ਦਇਆ ਸਾਡੇ ਤੇ ਹੋਏਗੀ, ਜਦੋਂ ਸਤਿਗੁਰੂ ਦੀ ਰਹਿਮਤ ਨਾਲ ਸਤਸੰਗ ਵਿੱਚ ਆ ਕੇ ਨਾਮ ਸਾਡੇ ਅੰਦਰ ਦ੍ਰਿੜ ਹੋ ਜਾਏਗਾ। ਤੇ ਗੁਰੂ ਰਾਮਦਾਸ ਜੀ ਤੁਹਾਡੇ ਤੇ ਇਹ ਕਿਰਪਾ ਗੁਰੂ ਅਮਰਦਾਸ ਜੀ ਦੇ ਘਰੋਂ ਹੋਈ। ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ। ਸਤਿਗੁਰੂ ਜੀ ਨੇ ਤਰਸ ਕਰਕੇ ਅੰਦਰ ਨਾਮ ਦ੍ਰਿੜ ਕੀਤਾ। ਤਿਸ ਪ੍ਰਸਾਦ, ਉਸ ਨਾਮ ਦੀ ਬਰਕਤ ਦੇ ਨਾਲ ਵਸ ਪੰਚ ਕਰੇ। ਤੁਸੀਂ ਪੰਜਾਂ ਨੂੰ ਵਸ ਵਿੱਚ ਕਰ ਲਿਆ ਜੀ। ਕਾਵ ਕਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਪਰ ਪਰੇ। ਜਦੋਂ ਤੁਸੀਂ ਪੰਜਾਂ ਨੂੰ ਵਸ ਕਰ ਲਿਆ,
ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪੂਰਨ ਤੌਰ ਤੇ ਰਹਿਮਤ ਦੇ ਮਾਲਕ ਬਣ ਗਏ। ਜਦੋਂ ਤੁਹਾਡੇ ਹਿਰਦੇ ਦੇ ਵਿੱਚ ਪਰਮੇਸ਼ਵਰ ਦੀ ਪ੍ਰਾਪਤੀ ਹੋ ਗਈ, ਅੰਦਰ ਜਿਹੜਾ ਨਾਮ ਦੇ ਰਸ ਨਾਲ ਭਾਂਡਾ ਜਿਹੜਾ ਸੀ ਭਰਪੂਰ ਹੋ ਗਿਆ। ਕਵ ਕਲ ਭੱਟ ਦਾ ਨਾਮ ਹੈ। ਕਾਵ ਰੂਪ ਵਿੱਚ ਜੋ ਇਹ ਸਵਈਏ ਉਚਾਰਨ ਕੀਤੇ ਨੇ। ਠਾਕੁਰ ਹਰਦਾਸ ਤਨੇ, ਕਹਿੰਦੇ ਠਾਕੁਰ ਹਰਦਾਸ ਜੀ ਦੇ ਪੁੱਤਰ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਨਾਮ ਹੈ। ਗੁਰ ਰਾਮਦਾਸ, ਤੁਸੀਂ ਗੁਰੂ ਅਮਰਦਾਸ ਜੀ ਦੇ ਘਰੋਂ ਇਹ ਸਾਰੀਆਂ ਬਖਸ਼ਿਸ਼ਾਂ ਲੈ ਕੇ ਭਾਈ ਜੇਠੇ ਦੇ ਰੂਪ ਵਿੱਚ ਆਏ ਸੀ ਤੇ ਬਖਸ਼ਿਸ਼ਾਂ ਲੈ ਕੇ ਕੀ ਬਣ ਗਏ? ਗੁਰ ਰਾਮਦਾਸ। ਤੁਸੀਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਰੂਪ ਬਣ ਕੇ ਸਰ ਅਭਰ ਭਰੇ। ਤੁਸੀਂ ਗੁਰੂ ਨਾਨਕ ਜੀ ਦੇ ਆਸਣ ਤੇ ਬੈਠ ਕੇ ਜਿਹੜੇ ਖਾਲੀ ਆ ਰਹੇ ਨੇ ਉਹਨਾਂ ਨੂੰ ਅੰਮ੍ਰਿਤ ਰਸ ਨਾਲ ਭਰ ਰਹੇ ਹੋ। ਜਿਹੜੇ ਖਾਲੀ ਭਾਂਡੇ ਲੈ ਕੇ ਆ ਰਹੇ ਨੇ ਉਹਨਾਂ ਦੇ ਵਿੱਚ ਅੰਮ੍ਰਿਤ ਰਸ ਤੁਸੀਂ ਭਰ ਰਹੇ ਹੋ। ਇੰਨਾ ਰਸ ਅੰਮ੍ਰਿਤ ਦਾ ਤੁਹਾਡੇ ਕੋਲ ਹੈ ਜਿਹੜਾ ਅਖੁੱਟ ਹੈ, ਕਦੇ ਵੀ ਮੁੱਕਣ ਵਾਲਾ ਨਹੀਂ। ਇਹ ਉਹ ਖਜ਼ਾਨਾ ਹੈ ਮੇਰੇ ਮਾਲਕ ਜੀ ਕੋਲ ਜਿਹੜਾ ਕਦੇ ਵੀ ਨਹੀਂ ਮੁੱਕਦਾ। ਬਾਹਰ ਦੇ ਖਜ਼ਾਨੇ ਤਾਂ ਖਾਲੀ ਹੋ ਜਾਂਦੇ ਨੇ, ਪਰ ਆਹ ਖਜ਼ਾਨਾ ਐਸਾ ਹੈ ਕਿ ਜਿਹਨੂੰ ਜਿੰਨਾ ਤੁਸੀਂ ਲੁੱਟ ਸਕਦੇ ਹੋ, ਸਤਸੰਗ ਦੇ ਵਿੱਚ ਆ ਕੇ ਕੀਰਤਨ ਗੁਰਬਾਣੀ ਪਾਠ ਦੇ ਰਾਹੀਂ ਕਹਿਣ ਲੱਗੇ ਇਹਦੇ ਵਿੱਚ ਤੋਟ ਨਹੀਂ ਆਏਗੀ। ਇਹ ਅਖੁੱਟ ਪਦਾਰਥ ਹੈ, ਅਖੁੱਟ ਨਾਮ ਹੈ, ਅਖੁੱਟ ਰਸ ਹੈ ਜਿਹੜਾ ਕਦੇ ਨਾ ਮੁੱਕਣ ਵਾਲਾ। ਜਿਹੜਾ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡੇ ਦਰ ਤੇ ਆਉਂਦਾ ਹੈ ਉਹਨੂੰ ਤੁਸੀਂ ਅੰਦਰੋਂ ਭਾਂਡੇ ਵਿੱਚ ਨਾਮ ਦਾ ਰਸ ਭਰ ਕੇ ਉਹਨੂੰ ਤੁਸੀਂ ਭੇਜਦੇ ਹੋ। ਭਾਵ ਸਰ ਅਭਰ ਭਰੇ, ਜਿਹੜਾ ਤੁਹਾਨੂੰ ਨਾਮ ਦਾ ਸਰੋਵਰ ਮਿਲ ਗਿਆ ਅੰਮ੍ਰਿਤ ਰਸ ਦਾ, ਉਹਦੇ ਵਿੱਚੋਂ ਹੁਣ ਜਿਹੜੇ ਖਾਲੀ ਆਉਂਦੇ ਨੇ ਉਹਨਾਂ ਨੂੰ ਤੁਸੀਂ ਭਰ ਕੇ ਭੇਜਦੇ ਹੋ। ਅਨਪ ਉਨਮਾਨ ਅਕਲ ਲਿਵ ਲਾਗੀ, ਪਾਰਸ ਭੇਟਿਆ ਸਹਿਜ ਕਰੇ। ਗੁਰੂ ਰਾਮਦਾਸ ਪਾਤਸ਼ਾਹ ਤੁਹਾਡੇ ਦਰ ਤੇ ਬੜੀਆਂ ਰਹਿਮਤਾਂ ਵਰਤਦੀਆਂ ਨੇ, ਕਿਉਂਕਿ ਹਰ ਗੁਰੂ ਕਾ ਪਿਆਰਾ ਜਦੋਂ ਅੰਮ੍ਰਿਤ ਵੇਲੇ ਅੱਖ ਖੋਲਦਾ ਨਾ ਤੇ ਉਹਦੀ ਰਸਨਾ ਤੇ ਇਹ ਬੋਲ, ਜਾਂ ਫਿਰ ਗੁਰੂ ਰਾਮਦਾਸ ਜੀ ਦੇ ਘਰੋਂ ਆਵਾਜ਼ ਆਉਂਦੀ ਹੈ, ਕੰਨਾਂ ਦੇ ਵਿੱਚ ਉਹਦੇ ਬੋਲ ਪੈਂਦੇ ਨੇ, ਤੇ ਜਾਂ ਉਹਦੇ ਆਪਣੇ ਹੀ ਰਸਨਾ ਤੋਂ ਬੋਲ ਨਿਕਲਦੇ ਨੇ। ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਮੈਂ ਬਹੁਤਿਆਂ ਦੀ ਸ਼ਰਨ ਵੇਖੀ ਹੈ, ਪਰ ਮੈਨੂੰ ਹੁਣ ਸਮਝ ਆਈ ਕਿ ਜਿਹਨੂੰ ਗੁਰੂ ਰਾਮਦਾਸ ਤੁਸੀਂ ਆਪਣੀ ਸ਼ਰਨ ਵਿੱਚ ਰੱਖ ਲੈਂਦੇ ਹੋ ਉਹਨੂੰ ਕਿਤੇ ਹੋਰ ਭਟਕਣ ਦੀ ਲੋੜ ਹੀ ਨਹੀਂ ਪੈਂਦੀ। ਉਹਦੇ ਅਵਗਣ ਮੁੱਕ ਜਾਂਦੇ ਨੇ, ਉਹਨਾਂ ਨੂੰ ਸ਼ੁਭ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਭੱਟ ਜਿਨ੍ਹਾਂ ਨੂੰ ਸਮਝ ਆਈ ਉਹਨਾਂ ਆਖਿਆ ਕਿ ਤੁਹਾਡੇ ਕੋਲ ਉਹ ਅੰਮ੍ਰਿਤ ਦਾ ਸਰੋਵਰ ਹੈ, ਨਾਮ ਦਾ ਰਸ ਜਿਹਦੇ 'ਚ ਭਰਿਆ ਹੋਇਆ, ਤੁਸੀਂ ਹਰ ਇੱਕ ਦੇ ਅੰਦਰ ਦੇ ਹਿਰਦੇ ਵਿੱਚ ਨਾਮ ਦਾ ਰਸ ਭਰ ਰਹੇ ਹੋ। ਕਿਉਂ? ਕਿਉਂਕਿ ਅਨੁਭਵ, ਤੁਹਾਡੇ ਕੋਲ ਅਨੁਭਵੀ ਗਿਆਨ ਹੈ। ਇੱਕ ਹੁੰਦਾ ਸੁਣਿਆ ਸੁਣਾਇਆ ਗਿਆਨ, ਇੱਕ ਹੁੰਦਾ ਪੜ੍ਹ ਕੇ ਜਿਹੜਾ ਸਾਨੂੰ ਗਿਆਨ ਮਿਲਿਆ, ਇੱਕ ਹੁੰਦਾ ਅੰਦਰੋਂ ਅਨੁਭਵ ਹੋਣਾ। ਤੁਹਾਨੂੰ ਅਨੁਭਵੀ ਗਿਆਨ ਜਿਹੜਾ ਹੈ ਉਹ ਗੁਰੂ ਅਮਰਦਾਸ ਜੀ ਨੇ ਸਤ ਸੰਗਤ ਦੇ ਵਿੱਚ ਸੇਵਾ ਤੇ ਸਿਮਰਨ ਨਾਲ ਜੋੜ ਕੇ ਤੁਹਾਨੂੰ ਅਨੁਭਵੀ ਗਿਆਨ ਦਿੱਤਾ ਹੈ। ਤੁਸੀਂ ਅਨੁਭਵੀ ਗਿਆਨ ਜਿਹੜਾ ਹੈ ਉਹਨੂੰ ਮੰਨਣ ਵਾਲੇ ਉਨਮਾਨ, ਤੁਹਾਡੇ ਕੋਲ ਬਨਾਵਟੀ ਗਿਆਨ ਨਹੀਂ। ਉਨਮਾਨ ਦਾ ਅਰਥ ਅਸੀਂ ਕਰਾਂਗੇ ਕੁਦਰਤੀ ਤੌਰ ਤੇ ਜਿਹੜੀਆਂ ਬਖਸ਼ਿਸ਼ਾਂ ਤੁਹਾਡੇ ਅੰਦਰ ਵਰਤ ਰਹੀਆਂ ਨੇ। ਤੁਹਾਡਾ ਮਨ ਉਪਰਾਮ ਹੋ ਗਿਆ, ਇਹਨਾਂ ਸੰਸਾਰ ਦੇ ਵਿਕਾਰਾਂ ਤੋਂ, ਤ੍ਰੈ ਗੁਣੀ ਮਾਇਆ ਤੋਂ ਉੱਪਰ ਉੱਠ ਗਿਆ। ਕਹਿੰਦੇ ਅਨੁਭਵ ਉਨਮਾਨ ਅਕਲ ਲਿਵ ਲਾਗੀ। ਐੜਾ ਤੇ ਕੱਕਾ ਲੱਲਾ, ਐੜੇ ਨੂੰ ਥੋੜਾ ਵੱਖਰਾ ਜਾ ਕਰਕੇ ਅਕਲ, ਅਕਲ ਕਵਾਂਗੇ ਤੇ ਅਕਲ ਜਿਵੇਂ ਸਾਡੀ ਹੁੰਦੀ ਹੈ, ਜਿਵੇਂ ਅਸੀਂ ਕਹਿੰਦੇ ਆ ਵੀ ਸਾਡੀ ਮੱਤ, ਸਾਡੀ ਅਕਲ, ਸਾਡਾ ਦਿਮਾਗ, ਪਰ ਇੱਥੇ ਹੈ ਅਕਲ। ਗੁਰੂ ਰਾਮਦਾਸ ਪਾਤਸ਼ਾਹ ਜੀਓ
ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰ ਤੇ ਆ ਕੇ ਜਿਹੜੀ ਲਿਵ ਤੁਸੀਂ ਲਾਈ ਹੈ ਨਾ, ਉਹ ਤੁਹਾਡੀ ਲਿਵ ਕੀ ਹੈ? ਅਕਲ। ਅਕਲ ਦਾ ਅਰਥ ਹੈ ਬਨਾਵਟੀ ਨਹੀਂ ਹੈ। ਉਨਮਾਨ ਦਾ ਅਰਥ ਹੈ ਕਿ ਮਨ ਤੁਹਾਡਾ ਸੰਸਾਰ ਦੇ ਮੋਹ ਮਾਇਆ ਤੋਂ ਉੱਪਰ ਉੱਠ ਚੁੱਕਾ ਹੈ, ਜਿਹਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਜਿਹੜਾ ਉਹ ਕਹਿ ਲਓ ਕਿ ਵਿਕਾਰ ਦਾ ਲੇਪ ਨਹੀਂ, ਤ੍ਰੈਗੁਣੀ ਮਾਇਆ ਦਾ ਲੇਪ ਨਹੀਂ ਹੈ। ਤੇ ਅਕਲ ਦਾ ਅਰਥ ਹੁੰਦਾ ਹੈ ਕਿ ਜਿਹਦੇ ਵਿੱਚ ਬਨਾਵਟੀ ਕੋਈ ਵੀ ਚੀਜ਼ ਨਹੀਂ ਹੈ। ਤੁਸੀਂ ਸਿਰਫ ਬਾਹਰੋਂ ਬਨਾਵਟੀ ਜਿਹੜੀ ਹੈ ਉਹ ਧਰਮ ਦੀ ਗੱਲ ਜਾਂ ਪਰਮੇਸ਼ਵਰ ਦੇ ਨਾਮ ਦੀ ਗੱਲ ਕਰਨ ਵਾਲੇ ਨਹੀਂ, ਤੁਹਾਡੇ ਅੰਦਰ ਕੁਦਰਤੀ ਬਖਸ਼ਿਸ਼ਾਂ ਵਰਤ ਰਹੀਆਂ ਨੇ। ਜਿਹੜੀ ਸਿਫਤ ਹੋ ਰਹੀ ਹੈ ਉਹ ਅਰਸ਼ਾਂ ਤੋਂ ਤੁਹਾਡੇ ਹਿਰਦੇ ਵਿੱਚ ਆ ਰਹੀ ਹੈ। ਜਿਵੇਂ ਆਪਾਂ ਪੜ੍ਹੇ ਸੀ ਪਹਿਲਾਂ ਸਵਈਏ ਦੇ ਵਿੱਚ ਪਾਠ ਕੀਤਾ, ਤਕਰੀਬਨ ਜਦੋਂ ਹੁਕਮ ਲੈਂਦੇ ਆ ਉਦੋਂ ਉਹ ਬਚਨ ਪੜ੍ਹਿਆ ਵੀ ਜਾਂਦਾ ਹੈ, ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸ਼ੋਂ ਝੱਟੀਐ, ਤੁਧ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਉਹ ਜਿਹੜਾ ਨੂਰ ਵਰਤ ਰਿਹਾ ਨਾ ਉਹ ਅਰਸ਼ਾਂ ਤੋਂ ਵਰਤ ਰਿਹਾ ਹੈ। ਅਰਸ਼ਾਂ ਤੋਂ ਮਤਲਬ ਹੈ ਕੁਦਰਤੀ, ਕੁਦਰਤ ਵੱਲੋਂ, ਰੱਬ ਜੀ ਵੱਲੋਂ ਜਿਹੜਾ ਨੂਰ ਵਰਤ ਰਿਹਾ ਹੈ ਉਹੀ ਤੁਸੀਂ ਅੱਗੇ ਸਾਰਿਆਂ ਵਿੱਚ ਵਰਤਾ ਰਹੇ ਹੋ। ਕੋਈ ਇਹਦੇ ਵਿੱਚ ਬਨਾਵਟੀ ਚੀਜ਼ ਨਹੀਂ ਹੈ। ਇਹੀ ਕਾਰਨ ਸੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਤੇ ਕੋਈ ਵੀ ਕੱਚੀ ਬਾਣੀ ਵਾਲੀ ਪੰਕਤੀ ਇਹਦੇ ਵਿੱਚ ਦਰਜ ਨਹੀਂ ਕੀਤੀ, ਕੋਈ ਅਧੂਰੀ ਪੰਕਤੀ ਇਹਦੇ ਵਿੱਚ ਦਰਜ ਨਹੀਂ ਕੀਤੀ, ਕੋਈ ਬਨਾਵਟੀ ਵਾਲੀ ਗੱਲ ਇਹਦੇ ਵਿੱਚ ਦਰਜ ਨਹੀਂ ਕੀਤੀ। ਨਿਰੋਲ ਰੱਬੀ ਬਾਣੀ ਦਾ ਖਜ਼ਾਨਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਤਿਆਰ ਕਰਕੇ ਬਖਸ਼ਿਸ਼ ਦਿੱਤੀ ਕਿ ਇਹਦੇ ਵਿੱਚ ਕੁਝ ਵੀ ਡੁਪਲੀਕੇਟ ਨਹੀਂ, ਕੁਝ ਵੀ ਬਨਾਵਟੀ ਨਹੀਂ, ਕੁਝ ਵੀ ਅਧੂਰਾ ਨਹੀਂ, ਕੋਈ ਬਾਣੀ ਇਹਦੇ ਵਿੱਚ ਕੱਚੀ ਨਹੀਂ। ਇਹ ਸੱਚੀ ਬਾਣੀ ਦਾ ਖਜ਼ਾਨਾ ਹੈ। ਇਸੇ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਜਦੋਂ ਤੁਹਾਨੂੰ ਅਨੁਭਵੀ ਗਿਆਨ ਹੋਇਆ, ਉਸ ਵੇਲੇ ਫਿਰ ਤੁਹਾਡਾ ਮਨ ਸੰਸਾਰ ਦੇ ਮੋਹ ਮਾਇਆ ਤੋਂ ਉਪਰਾਮ ਹੋ ਗਿਆ ਤੇ ਜਿਹੜੀ ਤੁਹਾਡੀ ਲਿਵ ਲੱਗੀ ਹੈ ਨਾ ਨਿਰੰਕਾਰ ਨਾਲ, ਉਹ ਕੋਈ ਵਿਖਾਵੇ ਵਾਲੀ ਨਹੀਂ ਹੈ। ਉਹ ਤਾਂ ਕੁਦਰਤੀ ਤੁਹਾਡੇ ਅੰਦਰ ਜਿਹੜੀ ਲਿਵ ਲੱਗੀ ਹੈ ਉਹ ਬਨਾਵਟ ਤੋਂ ਰਹਿਤ ਹੈ। ਕਿਉਂ ਹੈ? ਕਿਉਂਕਿ ਪਾਰਸ ਭੇਟਿਆ, ਭੇਟਿਆ ਦਾ ਅਰਥ ਹੁੰਦਾ ਮਿਲਾਪ, ਮਿਲਣਾ। ਵੱਡੀ ਵਡਿਆਈ ਆਚਰਜ ਸ਼ੋਭਾ ਕਾਰਜ ਆਇਆ ਰਾਸੇ, ਨਾਨਕ ਕੋ ਗੁਰ ਪੂਰਾ ਭੇਟਿਓ। ਭੇਟਿਓ ਦਾ ਅਰਥ ਹੈ ਮਿਲਣਾ, ਮਿਲਾਪ, ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਲੀਨ ਹੋ ਜਾਣਾ। ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ, ਕਾਰਜ ਵੀ ਰਾਸ ਤੇ ਦੁੱਖ ਵੀ ਨਾਸ਼ ਹੋ ਗਏ। ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਜਦੋਂ ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ 'ਚ ਆਏ ਤੇ ਗੁਰੂ ਦੀ ਪਦਵੀ ਕੀ ਹੈ? ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਗੁਰੂ ਪਾਰਸ ਹੈ, ਅਸੀਂ ਲੋਹੇ ਦੀ ਤਰ੍ਹਾਂ ਹਾਂ, ਅਸੀਂ ਜੰਗਾਲੇ ਹੋਏ ਹਾਂ, ਸਾਨੂੰ ਕਈ ਪ੍ਰਕਾਰ ਦਾ ਜੰਗਾਲ ਲੱਗਾ ਹੋਇਆ। 5 ਪ੍ਰਕਾਰ ਦਾ ਤੇ ਲੱਗਾ ਹੀ ਹੈ ਨਾ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ, ਇਹ ਜੰਗਾਲ ਤਾਂ ਲੱਗਾ ਹੀ ਹੋਇਆ ਹੈ ਜਿਹੜਾ ਅੰਦਰੋਂ ਹੀ ਅੰਦਰ ਸਾਨੂੰ ਖੋਖਲਾ ਕਰ ਰਿਹਾ, ਖਾ ਰਿਹਾ ਹੈ। ਕਹਿੰਦੇ ਨੇ ਅਸੀਂ ਜੰਗਾਲੇ ਹੋਏ ਲੋਹੇ ਦੀ ਤਰ੍ਹਾਂ ਹਾਂ ਤੇ ਗੁਰੂ ਪਾਰਸ ਹੈ। ਜਿਹੜਾ ਪਾਰਸ ਗੁਰੂ ਨਾਲ ਆ ਕੇ ਛੂ ਜਾਏਗਾ ਉਹ ਵੀ ਕੰਚਨ ਵਰਗਾ, ਪਾਰਸ ਵਰਗਾ ਸ਼ੁੱਧ ਹੋ ਜਾਏਗਾ। ਹੁਣ ਥੋੜਾ ਜਿਹਾ ਧਿਆਨ ਦੇਣਾ, ਆਪ ਜੀ ਸੂਝਵਾਨ ਹੋ ਕਿ ਜਿਹੜਾ ਲੋਹਾ ਹੈ, ਧਾਤ ਹੈ ਲੋਹੇ ਦੀ, ਉਹਨੂੰ ਪਾਰਸ ਦੇ ਨਾਲ ਆਪਾਂ ਅਟੈਚ ਕਰਾਂਗੇ, ਉਹਨੂੰ ਜੋੜਾਂਗੇ, ਛੁਆਵਾਂਗੇ, ਤਾਂ ਹੀ ਉਹ ਸੋਨਾ ਬਣੇਗਾ। ਹੁਣ ਮਨ ਜੰਗਾਲਿਆ ਹੋਇਆ, ਅਸੀਂ ਮਨ ਨੂੰ ਗੁਰਬਾਣੀ ਨਾਲ ਨਹੀਂ ਜੋੜ ਰਹੇ, ਗੁਰਬਾਣੀ ਨਾਲ ਮਨ ਨਹੀਂ ਜਿਹੜਾ ਉਹ ਛੁਆ ਰਹੇ ਅਸੀਂ, ਜਿਹਦੇ ਕਰਕੇ ਮਨ ਜੰਗਾਲੇ ਦਾ ਜੰਗਾਲਾ ਰਹਿ ਜਾਂਦਾ ਹੈ। ਬਾਣੀ ਛੂ ਜ਼ਰੂਰ ਰਹੀ ਹੈ ਪਰ ਮਾਫ ਕਰਨਾ, ਸਾਡੀ ਅੱਖਾਂ ਨੂੰ, ਸਾਡੇ ਕੰਨਾਂ ਨੂੰ, ਸਾਡੀ ਜ਼ੁਬਾਨ ਨੂੰ ਛੂ ਰਹੀ ਹੈ, ਪਰ ਗੁਰਬਾਣੀ ਸਾਡੇ ਮਨ ਨੂੰ ਤਾਂ ਛੂ ਹੀ ਨਹੀਂ ਰਹੀ। ਜਿਸ ਦਿਨ ਸਾਡੇ ਮਨ ਨੇ ਗੁਰਬਾਣੀ ਨੂੰ ਛੂ ਲਿਆ, ਸਪਰਸ਼ ਕਰ ਲਿਆ, ਜਿਸ ਦਿਨ ਮਨ ਦੀ ਅਟੈਚਮੈਂਟ ਗੁਰਬਾਣੀ ਦੇ ਨਾਲ ਹੋ ਗਈ, ਸਮਝ ਲੈਣਾ ਸਾਰਾ ਜੰਗਾਲ ਅੰਦਰੋਂ ਲੈ ਜਾਏਗਾ। ਉਸੇ ਪਲ, ਉਸੇ ਛਿਨ ਅੰਦਰ ਦਾ ਸਾਰਾ ਜੰਗਾਲ ਉਤਰ ਜਾਏਗਾ ਔਰ ਲੋਹਾ ਵੀ ਲੋਹਾ ਨਹੀਂ ਰਹਿ ਜਾਏਗਾ, ਉਹ ਵੀ ਪਾਰਸ ਵਰਗਾ ਹੋ ਜਾਏਗਾ।
ਉਹ ਵੀ ਕੰਚਨ ਵਰਗਾ ਹੋ ਜਾਏਗਾ। ਪਰ ਸਾਡੀ ਕਮਜ਼ੋਰੀ ਇਹ ਹੈ ਕਿ ਸਾਡਾ ਮਨ ਗੁਰਬਾਣੀ ਨਾਲ ਜੁੜ ਹੀ ਨਹੀਂ ਰਿਹਾ। ਮਨ ਤਾਂ ਸਰੀਰ ਜਿੰਨਾ ਗੁਰਬਾਣੀ ਦੇ, ਅੱਖਾਂ ਜਿੰਨਾ ਗੁਰਬਾਣੀ ਦੇ ਨੇੜੇ ਹੁੰਦੀਆਂ ਨੇ, ਮਨ ਉਨਾ ਹੀ ਗੁਰਬਾਣੀ ਤੋਂ ਦੂਰ ਹੋ ਜਾਂਦਾ ਹੈ। ਅਸੀਂ ਜਿੰਨਾ ਤਨ ਕਰਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ, ਮਨ ਕਰਕੇ ਕਈ ਵਾਰ ਉਨੀ ਦੂਰ ਹੋ ਜਾਂਦੇ ਹਾਂ। ਤੇ ਗੁਰਬਾਣੀ ਨੇ ਤਨ ਨੂੰ ਨਹੀਂ ਛੂਣਾ, ਗੁਰਬਾਣੀ ਨੇ ਮਨ ਨੂੰ ਛੂਣਾ ਹੈ। ਮਨ ਨੂੰ ਨੇੜੇ ਕਰਨ ਦਾ ਯਤਨ ਕਰੀਏ। ਆਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਦਾ ਮਤਲਬ ਕੀ ਸੀ? ਇਹੀ ਤਾਂ ਸੀ ਕਿ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਮਨ ਤੂੰ ਦੂਰ ਭੱਜਦਾ ਪਿਆ, ਜਦੋਂ ਦੂਰ ਭੱਜੇਗਾ ਫਿਰ ਤੇਰੇ ਵਿਕਾਰਾਂ ਦਾ ਜੰਗਲ ਕਿਵੇਂ ਉਤਰੇਗਾ? ਤੇਰੇ ਅੰਦਰੋਂ ਵਿਕਾਰਾਂ ਦੀ ਮੱਲ ਕਿਵੇਂ ਉਤਰੇਗੀ? ਤੂੰ ਖਰਾ ਕਿਵੇਂ ਹੋਏਗਾ? ਮਨ ਤੂੰ ਨਾਲ ਨੇੜੇ ਹੋ ਪਰਮੇਸ਼ਵਰ ਦੇ ਨਾਮ ਦੇ। ਜਿਸ ਦਿਨ ਤੇਰੀ ਅਟੈਚਮੈਂਟ ਬਾਣੀ ਨਾਲ ਹੋ ਗਈ, ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਉਹ ਤੈਨੂੰ ਅੰਗੀਕਾਰ ਕਰ ਲੇਗਾ ਤੇ ਤੇਰੇ ਕਾਰਜ ਸਾਰੇ ਹੀ ਸਵਾਰ ਦੇਗਾ। ਪਰ ਦੁਖਾਂ ਤੇ ਇਹ ਵੀ ਮਨ ਨੇੜੇ ਹੁੰਦਾ ਹੀ ਨਹੀਂ ਪਿਆ। ਸਾਰੀ ਉਮਰ ਲੰਘ ਜਾਂਦੀ ਹੈ ਕਈਆਂ ਦੀ, ਸਾਰਿਆਂ ਦੀ ਗੱਲ ਨਹੀਂ ਕਰ ਰਿਹਾ। ਕਈਆਂ ਦੀ ਉਮਰ ਸਾਰੀ ਲੰਘ ਜਾਂਦੀ ਹੈ, ਬਾਣੀ ਨਾਲ ਜੁੜਦੇ ਵੀ ਨੇ ਪਰ ਤਨ ਕਰਕੇ ਹੀ ਜੁੜੇ ਰਹਿ ਜਾਂਦੇ ਨੇ, ਮਨ ਜੁੜਦਾ ਹੀ ਨਹੀਂ ਹੈ। ਅੰਦਰੋਂ ਉਸੇ ਤਰ੍ਹਾਂ ਵਿਕਾਰੀ ਦੇ ਵਿਕਾਰੀ ਰਹਿ ਜਾਂਦੇ ਨੇ। ਸਾਰਾ ਜੀਵਨ ਲੰਘ ਗਿਆ, ਅੰਦਰ ਕਾਮੀ, ਕ੍ਰੋਧੀ, ਲੋਭੀ, ਹੰਕਾਰੀ ਉਵੇਂ ਦੇ ਉਵੇਂ ਹੀ ਨੇ ਜਿਵੇਂ 20 ਸਾਲ ਪਹਿਲਾਂ ਸੀ, 10 ਸਾਲ ਪਹਿਲਾਂ ਸੀ, ਅੱਜ ਵੀ ਉਦਾਂ ਹੀ ਵਿਕਾਰੀ ਨੇ। ਇਹਦਾ ਮਤਲਬ 20 ਸਾਲ, 10 ਸਾਲ, 5 ਸਾਲ ਬਾਣੀ ਦਾ ਪਾਠ ਕੀਤਾ ਤੇ ਉਹਦਾ ਕੀ ਅਸਰ ਹੋਇਆ? ਕਿਉਂਕਿ ਤਨ ਕਰਕੇ ਜੁੜਿਆ ਸੀ, ਮਨ ਕਰਕੇ ਨਹੀਂ ਜੁੜਿਆ। ਗੁਰੂ ਰਾਮਦਾਸ ਪਾਤਸ਼ਾਹ ਜੀ, ਤੁਸੀਂ ਮਨ ਤਨ ਆਪਣਾ ਸਮਰਪਣ ਕਰ ਦਿੱਤਾ। ਤੇ ਗੁਰੂ ਸਾਹਿਬ ਮੰਗਦੇ ਵੀ ਕੀ ਨੇ? ਆਪਾਂ ਕਿੰਨੀ ਵਾਰ ਵਿਚਾਰਿਆ। ਰੋਜ਼ ਜਿਹੜੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਆ, ਸਿਰਫ ਪਾਠ ਹੀ ਨਹੀਂ ਕਰਨਾ, ਉਹਨੂੰ ਸਮਝਣਾ ਹੈ ਕਿ ਗੁਰੂ ਸਾਹਿਬ ਮੰਗ ਕੀ ਰਹੇ ਨੇ। ਮਹਾਰਾਜ ਕਹਿੰਦੇ ਮਨ ਵੇਚੈ ਸਤਿਗੁਰ ਕੇ ਪਾਸ। ਤੇਰਾ ਮਨ ਜੰਗਾਲਿਆ ਹੋਇਆ ਹੈ, ਮਨ ਤੇਰਾ ਲੋਹੇ ਦੀ ਧਾਤ ਵਾਂਗੂ ਹੈ, ਕਈ ਤਰ੍ਹਾਂ ਦੇ ਜੰਗਾਲ ਲੱਗੇ ਹੋਏ ਨੇ। ਤੂੰ ਆਪਣਾ ਮਨ ਦੇ, ਤੇਰੇ ਮਨ ਨੂੰ ਇਸ ਪਾਰਸ ਨਾਲ ਛੁਆ ਕੇ ਤੇਰੇ ਮਨ ਨੂੰ ਸੋਨਾ ਹੀ ਨਹੀਂ, ਪਾਰਸ ਵਰਗਾ ਹੀ ਕਰ ਦੇਣਾ। ਤੂੰ ਪਾਰਸ ਦਾ ਹੀ ਰੂਪ ਹੋ ਜਾਏਗਾ। ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਦਾ ਰੂਪ ਦੇ ਕੇ ਪਾਰਸ ਨੇ ਪਾਰਸ ਕਰ ਦਿੱਤਾ। ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਆਪਣੇ ਨਾਲ ਜੋੜ ਕੇ ਪਾਰਸਕ ਬਣਾ ਲਿਆ। ਸੋਨਾ ਨਹੀਂ, ਸੋਨੇ ਤੋਂ ਵੀ ਉੱਪਰ ਪਾਰਸ ਦਾ ਹੀ ਰੂਪ ਦੇ ਦਿੱਤਾ, ਆਪਣਾ ਹੀ ਰੂਪ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਤੁਹਾਡੀ ਸ਼ਰਨ ਵਿੱਚ ਭਾਈ ਜੇਠਾ ਜੀ ਆਏ, ਪਰ ਤੁਸੀਂ ਗੁਰੂ ਰਾਮਦਾਸ ਜੀ ਦਾ ਰੂਪ ਦੇ ਕੇ ਆਪਣੇ ਵਰਗਾ ਪਾਰਸ ਹੀ ਬਣਾ ਦਿੱਤਾ। ਇਸ ਲਈ ਕਹਿ ਰਹੇ ਨੇ ਕਿ ਗੁਰੂ ਰਾਮਦਾਸ ਜੀ ਪਾਰਸ ਭੇਟਿਆ। ਤੁਸੀਂ ਪਾਰਸ ਦਾ ਮਿਲਾਪ ਤੁਹਾਡਾ ਜਦੋਂ ਹੋਇਆ ਗੁਰੂ ਰੂਪੀ ਪਾਰਸ ਨਾਲ, ਤੁਹਾਨੂੰ ਅਨੁਭਵੀ ਗਿਆਨ ਹੋ ਗਿਆ। ਬਨਾਵਟੀ ਲਿਵ ਨਹੀਂ, ਤੁਹਾਡੀ ਕੁਦਰਤੀ ਤੌਰ ਤੇ ਅੰਦਰ ਲਿਵ ਜਿਹੜੀ ਸੀ ਉਹ ਲੱਗ ਗਈ। ਔਰ ਗੁਰੂ ਪੂਰੇ ਨੂੰ, ਪਾਰਸ ਰੂਪੀ ਗੁਰੂ ਨੂੰ ਮਿਲ ਕੇ ਸਹਿਜ ਘਰੇ, ਤੁਹਾਡੇ ਘਰ ਦੇ ਅੰਦਰ ਸਹਿਜ ਆ ਗਿਆ, ਸਬਰ ਆ ਗਿਆ, ਸੰਤੋਖ ਤੁਹਾਡੇ ਘਰ ਦੇ ਅੰਦਰ ਆ ਗਿਆ, ਟਿਕਾ ਤੁਹਾਡੇ ਘਰ ਦੇ ਅੰਦਰ ਜਿਹੜਾ ਸੀ ਉਹ ਬਣ ਗਿਆ। ਸਤਿਗੁਰ ਪ੍ਰਸਾਦ ਪਰਮ ਪਦ ਪਾਇਆ, ਭਗਤ ਪਾਏ ਭੰਡਾਰ ਭਰੇ। ਧਿਆਨ ਰੱਖਿਓ, ਆਪ ਜੀ ਬਾਣੀ ਪੜ੍ਹਨ ਵਾਲੇ, ਸੁਣਨ ਵਾਲੇ ਹੋ, ਵਿਚਾਰਨ ਸਮਝਣ ਵਾਲੇ ਹੋ। ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਕਿਰਪਾ ਦੇ ਦੁਆਰਾ। ਇਹਦਾ ਮਤਲਬ ਗੁਰੂ ਅਮਰਦਾਸ ਜੀ ਦਾ ਨਾਮ ਆਏਗਾ ਹੀ ਆਏਗਾ। ਗੁਰੂ ਅਮਰਦਾਸ ਜੀ ਦੇ ਦਰ ਤੇ ਹੀ ਸਾਰੀਆਂ ਕਿਰਪਾ ਬਖਸ਼ਿਸ਼ਾਂ ਵਰਤੀਆਂ ਨੇ। ਨਿਮਾਣੇ ਨੂੰ ਮਾਣ ਮਿਲਿਆ, ਨਿਆਸਰੇ ਨੂੰ ਆਸਰਾ ਮਿਲਿਆ, ਨਿਓਟੇ ਨੂੰ ਓਟ ਮਿਲ ਗਈ। ਇਹ ਸਾਰੀਆਂ ਬਖਸ਼ਿਸ਼ਾਂ ਗੁਰੂ ਅਮਰਦਾਸ ਜੀ ਦੇ ਦਰ ਤੇ ਹੀ ਵਰਤੀਆਂ। ਇਸ ਲਈ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ। ਪਦਵੀਆਂ ਨੇ, ਵੱਖਰੀਆਂ ਵੱਖਰੀਆਂ ਪਦਵੀਆਂ ਨੇ। ਹਰ ਧਰਮ ਦੇ ਵਿੱਚ
ਕੋਈ ਪੰਡਤ ਕਹਿੰਦਾ ਹੈ, ਕੋਈ ਗਿਆਨੀ ਕਹਿੰਦਾ ਹੈ, ਕੋਈ ਸ਼ੇਖ ਕਹਿੰਦਾ ਹੈ, ਕੋਈ ਪੀਰ ਕਹਿੰਦਾ ਹੈ, ਕੋਈ ਫਕੀਰ ਕਹਿੰਦਾ ਹੈ। ਇਹ ਪਦਵੀਆਂ ਨੇ, ਪਰ ਸਭ ਤੋਂ ਉੱਚੀ ਪਦਵੀ ਹੈ ਪਰਮ ਪਦਵੀ। ਪਰਮ ਪਦਵੀ ਦਾ ਅਰਥ ਹੈ ਜਿੱਥੇ ਪਰਮੇਸ਼ਵਰ ਵਰਤ ਰਿਹਾ ਹੈ, ਜਿੱਥੇ ਜਾ ਕੇ ਆਪਣੀ ਹੋਂਦ ਖਤਮ ਹੋ ਜਾਂਦੀ ਹੈ, ਜਿੱਥੇ ਆ ਕੇ ਮੈਂ ਖਤਮ ਹੋ ਜਾਂਦੀ ਹੈ, ਜਿੱਥੇ ਆ ਕੇ ਬਸ ਤੂੰ ਹੀ ਤੂੰ ਦੀ ਅਵਸਥਾ ਹੁੰਦੀ ਹੈ, ਜਿੱਥੇ ਪਰਮੇਸ਼ਵਰ ਵਰਤੇ। ਵਰਤ ਤਾਂ ਵੈਸੇ ਹਰ ਥਾਂ ਤੇ ਉਹੀ ਰਿਹਾ, ਪਰ ਜਦੋਂ ਅੰਦਰ ਹੰਕਾਰ ਵਿੱਚ ਦੀਵਾਰ ਖੜੀ ਹੋ ਜਾਏ, ਫਿਰ ਬੰਦਾ ਕਹਿੰਦਾ ਮੈਂ ਹੀ ਵਰਤ ਰਿਹਾ, ਮੈਂ ਹੀ ਵਰਤਾ ਰਿਹਾ, ਮੈਂ ਹੀ ਕਰ ਰਿਹਾ, ਮੈਂ ਹੀ ਕਰਵਾ ਰਿਹਾ, ਕਿਉਂਕਿ ਉਹ ਹੰਕਾਰ ਦੀ ਦੀਵਾਰ ਨੇ ਭੁਲੇਖਾ ਪਾਤਾ ਨਾ। ਵਰਤ ਵਰਤਾਉਣ ਕਰਨ ਕਾਰਨ ਪ੍ਰਭ ਏਕ ਹੈ, ਕਰਨ ਵਾਲਾ ਵੀ ਕਰਾਉਣ ਵਾਲਾ ਵੀ, ਪਰ ਜਿਹੜੀ ਹੰਕਾਰ ਦੀ ਦੀਵਾਰ ਸੀ ਉਹਨੇ ਮੈਂ ਬੋਲਣਾ ਸਿਖਾ ਦਿੱਤਾ। ਬੰਦਾ ਕਹਿੰਦਾ ਮੈਂ ਆਹ ਕੀਤਾ, ਮੈਂ ਉਹ ਕੀਤਾ, ਮੈਂ ਆਹ ਕਰ ਦੇਣਾ, ਮੈਂ ਉਹ ਕਰ ਦੇਣਾ, ਪਰ ਜਦੋਂ ਹੰਕਾਰ ਦੀ ਦੀਵਾਰ ਟੁੱਟ ਜਾਏ ਫਿਰ ਉਹ ਨਹੀਂ ਵਰਤਦਾ, ਫਿਰ ਉਹਦੇ ਅੰਦਰ ਪਰਮੇਸ਼ਵਰ ਵਰਤਦਾ ਹੈ, ਫਿਰ ਉਹ ਨਹੀਂ ਬੋਲਦਾ, ਉਹਦੇ ਅੰਦਰ ਪਰਮੇਸ਼ਵਰ ਜਿਹੜਾ ਉਹ ਬੋਲਦਾ ਹੈ। ਇਸ ਲਈ ਤੁਸੀਂ ਪਰਮ ਪਦਵੀ ਨੂੰ ਪਾ ਲਿਆ, ਪਰਮੇਸ਼ਵਰ ਦੇ ਮਿਲਾਪ ਵਾਲੀ ਪਦਵੀ, ਉੱਚੀ ਪਦਵੀ, ਸਭ ਤੋਂ ਉੱਤਮ ਪਦਵੀ ਨੂੰ ਤੁਸੀਂ ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਕੀਤਾ। ਤੇ ਜਦੋਂ ਪਰਮ ਪਦਵੀ ਤੁਹਾਨੂੰ ਮਿਲ ਗਈ ਨਾ, ਸਭ ਤੋਂ ਉੱਚੀ ਪਦਵੀ ਜਿਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਪਦਵੀਆਂ ਬਹੁਤ ਨੇ ਪਰ ਸਭ ਤੋਂ ਉੱਚੀ ਪਦਵੀ ਪਰਮ ਪਦਵੀ। ਕਹਿੰਦੇ ਜਦੋਂ ਤੁਸੀਂ ਉਹ ਪ੍ਰਾਪਤ ਕੀਤੀ ਨਾ, ਫਿਰ ਭਗਤ ਭਾਏ ਭੰਡਾਰ ਭਰੇ। ਭਗਤ ਦੇ ਤੱਤੇ ਨੂੰ ਸਿਆਰੀ, ਭਗਤੀ ਭਾਏ, ਜਿੱਥੇ ਭਗਤ ਭਾਏ ਆਏਗਾ ਉਹਦਾ ਮਤਲਬ ਹੈ ਪ੍ਰੇਮਾ ਭਗਤੀ, ਪਿਆਰ ਵਾਲੀ ਭਗਤੀ, ਭਾਵਨਾ ਵਾਲੀ ਭਗਤੀ। ਜਿਹੜੀ ਪਿਆਰ ਭਾਵਨਾ ਵਾਲੀ ਭਗਤੀ ਤੁਸੀਂ ਕਰਕੇ ਸਤਿਗੁਰੂ ਦੀ ਕਿਰਪਾ ਦੁਆਰਾ ਪਰਮ ਪਦਵੀ ਨੂੰ ਪਾ ਲਿਆ, ਭੰਡਾਰ ਭਰੇ। ਕਹਿੰਦੇ ਉਸ ਪ੍ਰੇਮਾ ਭਗਤੀ ਦੇ ਸਦਕੇ ਤੇ ਗੁਰੂ ਦੀ ਕਿਰਪਾ ਨਾਲ ਜਿਹੜਾ ਆ ਭੰਡਾਰਾ ਸੀ ਨਾ ਪਰਮੇਸ਼ਵਰ ਦੇ ਨਾਮ ਦੇ ਖਜ਼ਾਨੇ ਦਾ, ਇਹ ਤੁਹਾਡਾ ਅੰਦਰ ਜੀਵਨ ਨੱਕੋ ਨੱਕ ਖਜ਼ਾਨੇ ਨਾਲ ਭਰ ਗਿਆ। ਭੰਡਾਰ ਭਰੇ ਪਏ ਨੇ। ਪਹਿਲਾਂ ਹੀ ਜ਼ਿਕਰ ਕੀਤਾ ਵੀ ਗੁਰੂ ਰਾਮਦਾਸ ਜੀ ਅੱਜ ਇਸ ਧਰਤੀ ਤੇ ਪੂਰੀ ਦੁਨੀਆ, ਆਲ ਵਰਲਡ, ਪੂਰੀ ਦੁਨੀਆ ਵਿੱਚ ਜੇ ਸਭ ਤੋਂ ਵੱਡਾ ਘਰ ਕਿਸੇ ਦਾ ਹੈ ਤੇ ਉਹ ਹੈ ਧੰਨ ਗੁਰੂ ਰਾਮਦਾਸ ਜੀ ਦਾ। ਸਭ ਤੋਂ ਵੱਡਾ ਘਰ ਜਿਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਅਸੀਂ ਬੜੇ ਸਿਆਣੇ, ਚਲਾਕ, ਚਤਰ, ਜਿੰਨੇ ਮਰਜ਼ੀ ਹੋ ਕੇ ਆਪਾਂ ਡੁਪਲੀਕੇਟ ਉਦਾਂ ਦਾ ਕੋਈ ਥਾਂ ਭਾਵੇਂ ਬਣਾ ਲਈਏ, ਪਰ ਡਿੱਠੇ ਸਭੇ ਥਾਮ ਨਹੀਂ ਤੁਧ ਜਹਿਆ। ਇਹ ਪੰਕਤੀ ਨੂੰ ਕਿਵੇਂ ਗਲਤ ਕਰੋਗੇ? ਗੁਰੂ ਸਾਹਿਬ ਜੀ ਦੇ ਉਹਨਾਂ ਬਚਨਾਂ ਨੂੰ ਅਸੀਂ ਕਿਵੇਂ ਕੱਟ ਸਕਦੇ ਹਾਂ? ਕਿਉਂਕਿ ਜੋ ਗੁਰੂ ਸਾਹਿਬ ਨੇ ਬਚਨ ਉਚਾਰਿਆ ਉਹ ਅਟਲ ਹੈ। ਅਸੀਂ ਜਿੰਨਾ ਮਰਜ਼ੀ ਆਪਣੀਆਂ ਚਤਰਾਈਆਂ, ਚਲਾਕੀਆਂ ਨਾਲ ਬਣਾਵਟੀ ਰੂਪ ਰੇਖਾ ਬਣਾ ਲਈਏ, ਪਰ ਗੁਰੂ ਰਾਮਦਾਸ ਜੀ ਤੁਹਾਡੇ ਘਰ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਇਸ ਲਈ ਗੁਰੂ ਰਾਮਦਾਸ ਜੀ ਭਗਤ ਭਾਏ ਭੰਡਾਰ ਭਰੇ। ਤੁਹਾਡੇ ਭੰਡਾਰ ਤਾਂ ਪ੍ਰੇਮਾ ਭਗਤੀ ਨਾਲ ਭਰੇ ਪਏ ਨੇ, ਜਿਹੜੇ ਤੁਸੀਂ ਨਿਤ ਵੰਡ ਰਹੇ ਹੋ। ਪਤਾ ਨਹੀਂ ਕਿੰਨੇ, ਕੋਈ ਵੀ ਐਸਾ ਸਮਾਂ ਨਹੀਂ ਜਿੱਥੇ ਪ੍ਰੇਮਾ ਭਗਤੀ ਦਾ ਖਜ਼ਾਨਾ ਨਹੀਂ ਵੰਡਿਆ ਜਾ ਰਿਹਾ। ਸਵੇਰ ਤੋਂ ਰਾਤ, ਰਾਤ ਤੋਂ ਸਵੇਰ ਤੱਕ 24 ਘੰਟੇ ਇਹ ਭੰਡਾਰਾ ਵਰਤਾਇਆ ਜਾ ਰਿਹਾ ਹੈ। 24 ਘੰਟੇ ਨਾਮ ਦਾ ਖਜ਼ਾਨਾ, ਗੁਰੂ ਕੇ ਸ਼ਬਦ ਦਾ ਲੰਗਰ ਵੰਡਿਆ ਜਾ ਰਿਹਾ। ਨਾ ਬਾਹਰ ਦਾ ਲੰਗਰ ਮਸਤਾਨਾ ਹੁੰਦਾ ਹੈ, ਨਾ ਗੁਰੂ ਦਾ ਸ਼ਬਦ ਮਸਤਾਨਾ ਹੁੰਦਾ ਹੈ। ਇਹ ਦੋਵੇਂ ਲੰਗਰ ਦਿਨ ਰਾਤ ਵਰਤ ਰਹੇ ਨੇ, ਕਿਉਂਕਿ ਤੁਹਾਡੇ ਭੰਡਾਰ ਭਰੇ ਪਏ ਨੇ। ਇਹ ਉਹ ਭੰਡਾਰ, ਖਜ਼ਾਨਾ, ਭੰਡਾਰ ਦਾ ਅਰਥ ਹੁੰਦਾ ਖਜ਼ਾਨਾ। ਇਹ ਉਹ ਖਜ਼ਾਨਾ ਭਰਿਆ ਹੋਇਆ ਹੈ ਜਿਹੜਾ ਕਦੇ ਵੀ ਮੁੱਕਦਾ ਹੀ ਨਹੀਂ, ਜਿਹਦੇ ਵਿੱਚ ਕਦੇ ਵੀ ਤੋਟ ਆਉਂਦੀ ਹੋਈ ਨਹੀਂ ਹੈ। ਇਸ ਲਈ ਗੁਰੂ ਰਾਮਦਾਸ ਪਾਤਸ਼ਾਹ ਜੀ, ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਪਰਮ ਪਦਵੀ ਨੂੰ ਪਾ ਕੇ ਪ੍ਰੇਮਾ ਭਗਤੀ ਦਾ ਖਜ਼ਾਨਾ ਭਰ ਲਿਆ ਹੈ ਆਪਣੇ ਅੰਦਰ, ਜਿਹੜਾ ਕਦੇ ਵੀ ਮੁੱਕਦਾ ਨਹੀਂ ਹੈ। ਮੇਟਿਆ ਜਨਮਾਂਤ ਮਰਨ ਭਉ ਭਾਗਾ, ਚਿਤ ਲਾਗਾ ਸੰਤੋਖ ਸਰੇ। ਗੁਰੂ ਰਾਮਦਾਸ ਪਾਤਸ਼ਾਹ ਜੀ ਜਦੋਂ ਸਤਿਗੁਰੂ ਦੀ ਕਿਰਪਾ ਨਾਲ ਤੁਹਾਨੂੰ ਪਰਮ ਪਦਵੀ ਮਿਲ ਗਈ ਔਰ ਪ੍ਰੇਮਾ ਭਗਤੀ ਨਾਲ ਖਜ਼ਾਨਾ ਅੰਦਰ ਭਰ ਗਿਆ,
ਮੇਟਿਆ ਜਨਮਾਤ। ਆ ਜਿਹੜਾ ਜੰਮਣ ਔਰ ਮਰਨ ਦਾ ਗੇੜ ਸੀ ਨਾ, ਇਹ ਮੁੱਕ ਹੀ ਗਿਆ ਸਦਾ ਵਾਸਤੇ, ਸਦਾ ਲਈ ਮੁੱਕ ਗਿਆ। ਕਿਉਂ ਮੁੱਕਿਆ? ਕਿਉਂਕਿ ਅਬਹਿ ਨਿਰੰਜਨ ਘਰ ਹੈ ਲਹਾ। ਉਹ ਜਿਹੜਾ ਨਿਰਅੰਜਨ ਪਰਮੇਸ਼ਵਰ ਸੀ, ਉਹਨੂੰ ਘਰ ਦੇ ਅੰਦਰੋਂ ਹੀ ਪਾ ਕੇ ਉਹਦੇ ਵਿੱਚ ਇੱਕਮਿਕ ਹੋ ਗਏ, ਉਹਦੇ ਵਿੱਚ ਲੀਨ ਹੋ ਗਏ। ਹੁਣ ਜਨਮ ਮਰਨ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਤੁਸੀਂ ਆਪਣਾ ਜਨਮਾਂਤ, ਜਿਹੜਾ ਜਨਮ ਔਰ ਮਰਨ ਦਾ ਗੇੜ ਹੈ, ਉਹ ਸਦਾ ਲਈ ਮਿਟਾ ਲਿਆ। ਮਰਨ ਭਉ ਭਾਗਾ, ਤੇ ਜਿਹੜਾ ਮੌਤ ਦਾ ਭਉ ਸੀ ਨਾ, ਡਰ, ਉਹ ਵੀ ਭੱਜ ਗਿਆ ਅੰਦਰੋਂ। ਅੰਦਰੋਂ ਜਿਹੜਾ ਸੀ ਮਰਨ ਦਾ ਵੀ ਡਰ ਜਿਹੜਾ ਹੈ ਉਹ ਨਹੀਂ ਰਹਿ ਗਿਆ। ਚਿੱਤ ਲਾਗਾ ਸੰਤੋਖ ਸਰੇ। ਸਰ ਦਾ ਅਰਥ ਹੁੰਦਾ ਸਰੋਵਰ, ਸੰਤੋਖ ਦਾ ਸਰੋਵਰ, ਆਤਮਿਕ ਸ਼ਾਂਤੀ ਵਾਲਾ ਸਰੋਵਰ, ਜਿਹਦੇ ਵਿੱਚ ਟਿਕਾ ਹੈ, ਆਰਾਮ ਹੈ, ਸਕੂਨ ਹੈ, ਸ਼ਾਂਤੀ ਹੈ। ਤੁਸੀਂ ਉਸ ਸੰਤੋਖ ਦੇ ਸਰ ਵਿੱਚ ਆਪਣਾ ਚਿੱਤ ਲਾ ਲਿਆ। ਸਰ ਦੇਖੋ, ਦੋ ਸਰੋਵਰ ਦਿੱਤੇ ਨੇ ਸਾਨੂੰ, ਇੱਕ ਬਾਣੀ ਦਾ ਤੇ ਇੱਕ ਪਾਣੀ ਦਾ। ਪਾਣੀ ਦਾ ਸਰੋਵਰ ਤਨ ਨਾਲ ਤੇ ਬਾਣੀ ਦਾ ਸਰੋਵਰ ਮਨ ਨਾਲ। ਅਸੀਂ ਬਾਣੀ ਦੇ ਸਰੋਵਰ ਵਿੱਚ ਮਨ ਦੀ ਚੁੱਭੀ ਲਾਉਣੀ ਹੈ ਤੇ ਪਾਣੀ ਦੇ ਸਰੋਵਰ ਵਿੱਚ ਤਨ ਦੀ ਚੁੱਭੀ ਲਾਉਣੀ ਹੈ। ਤੇ ਸਾਹਿਬ ਕਹਿੰਦੇ, ਜੇ ਤੂੰ ਤਨ ਦੀ ਕੱਲੀ ਚੁੱਭੀ ਲਾ ਲਈ, ਫਿਰ ਤੇਰਾ ਅਧੂਰਾ ਹੋ ਜਾਏਗਾ ਇਸ਼ਨਾਨ। ਤੂੰ ਬਾਣੀ ਦੀ ਚੁੱਭੀ ਵੀ ਲਾਉਣੀ ਹੈ। ਜਦੋਂ ਤੂੰ ਬਾਣੀ ਦੀ ਚੁੱਭੀ ਲਾਏਗਾ ਨਾ, ਤੇ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਹਾਨ। ਕਹਿੰਦੇ ਤੇਰੇ ਅੰਦਰੋਂ ਲੋਭ, ਕਾਮ, ਕ੍ਰੋਧ ਬਿਨਸ ਜਾਏਗਾ। ਫਿਰ ਸੱਚੇ ਮਾਰਗ ਚਲਦਿਆਂ ਉਸਤਤ ਕਰੈ ਜਹਾਨ। ਕਹਿੰਦੇ ਸਾਰਾ ਜਹਾਨ ਸੱਚ ਦੇ ਮਾਰਗ ਤੇ ਚੱਲਣ ਵਾਲੇ ਦੀ ਉਸਤਤ ਜਿਹੜੀ ਹੈ ਉਹ ਕਰੇਗਾ। ਕਦੋਂ? ਜਦੋਂ ਕਹਿੰਦੇ ਅੰਦਰ ਮਨ ਜਿਹੜਾ ਹੈ ਉਹ ਸੰਤੋਖ ਦੇ ਸਰ ਆ ਪਾਵਨ ਸਰੋਵਰ ਵਿੱਚ ਆ ਕੇ ਚੁੱਭੀ ਲਾ ਲਏਗਾ, ਉਦੋਂ ਇਸ ਅੰਦਰ ਸੰਤੋਖ ਸਬਰ ਭਰ ਜਾਏਗਾ। ਦੂਜੀ ਗੱਲ, 5 ਸਰੋਵਰ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ, ਸਿਫਤੀ ਦੇ ਘਰ ਦੇ ਅੰਦਰ। ਉਹਨਾਂ 5 ਸਰੋਵਰਾਂ ਦੇ ਵਿੱਚੋਂ ਸਭ ਤੋਂ ਪਹਿਲਾ ਸਰੋਵਰ ਕਿਹੜਾ ਸੀ ਜਿਹੜਾ ਤਿਆਰ ਹੋਇਆ? ਉਹ ਸੀ ਸੰਤੋਖ ਸਰ। ਤੇ ਉਹ ਸੰਤੋਖ ਸਰ ਵੀ ਕਿਹਨੇ ਤਿਆਰ ਕੀਤਾ ਹੈ? ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਰਾਹੀਂ ਹੋਇਆ। ਭੇਜਣ ਵਾਲੇ ਕੌਣ ਸੀ? ਧੰਨ ਗੁਰੂ ਅਮਰਦਾਸ ਮਹਾਰਾਜ। ਕਿ ਜੇ ਅੱਜ ਦੇ ਸਮੇਂ ਵਿੱਚ ਗੁਰੂ ਕੇ ਸਿੱਖ ਨੇ 5 ਸਰੋਵਰ ਦੇ ਦਰਸ਼ਨ ਦੀਦਾਰੇ ਕਰਨੇ ਨੇ, ਜਿਹਦੇ ਵਿੱਚ ਸੰਤੋਖ ਸਰ ਸਾਹਿਬ ਹੈ, ਅੰਮ੍ਰਿਤਸਰ ਸਾਹਿਬ ਹੈ, ਔਰ ਰਾਮਸਰ ਜਿਹੜਾ ਇਹ ਰਾਮਸਰ ਸਾਹਿਬ ਹੈ, ਔਰ ਜਿਹੜਾ ਵਿਵੇਕ ਸਰ ਹੈ, ਕੌਲ ਸਰ ਹੈ। ਇਹ ਜਿਹੜੇ 5 ਸਰੋਵਰ ਦੇ ਦੀਦਾਰ ਕਰਨੇ ਨੇ, ਪਰ ਉਹਨੂੰ ਪਤਾ ਹੋਵੇ ਕਿ ਇੱਥੇ ਪਹਿਲਾ ਸਰੋਵਰ ਕਿਹੜਾ ਸੀ? ਉਹ ਸੀ ਸੰਤੋਖ ਸਰ। ਸੰਤੋਖ ਇਤਿਹਾਸ ਦੇ ਪੰਨੇ ਪੜੋ ਤੇ ਸੰਤੋਖ ਸਰ ਦੀ ਮਿੱਟੀ ਲਿਆ ਕੇ ਹੀ ਅੰਮ੍ਰਿਤਸਰ ਦੇ ਸਰੋਵਰ ਦੇ ਵਿੱਚ ਪਾਈ ਗਈ। ਕਿਉਂ? ਉਹਦਾ ਕਾਰਨ ਕੀ ਸੀ? ਇਹ ਸਮਝਾਉਣ ਵਾਸਤੇ ਕਿ ਜਿੰਨਾ ਚਿਰ ਸੰਤੋਖ ਅੰਦਰ ਨਹੀਂ ਆਏਗਾ ਨਾ, ਉਹਨਾਂ ਚਿਰ ਸਬਰ ਦਾ ਭਾਂਡਾ ਨਹੀਂ ਜੇ ਭਰਨਾ, ਤ੍ਰਿਸ਼ਨਾ ਮੁੱਕਣੀ ਨਹੀਂ, ਪਿਆਸ ਬੁਝਣੀ ਨਹੀਂ। ਤੇ ਜਿੰਨਾ ਚਿਰ ਪਿਆਸ ਨਹੀਂ ਬੁਝਣੀ, ਉਹਨਾਂ ਚਿਰ ਜਿੰਨਾ ਮਰਜ਼ੀ ਪਾਣੀ ਪੀ ਜਾਓ, ਪੇਟ ਤਾਂ ਆਫਰ ਜਾਏਗਾ, ਪਰ ਜੇ ਪਿਆਸ ਹੀ ਨਾ ਬੁਝੀ ਤੇ ਫਿਰ ਗੱਲ, ਕਹਾਣੀ ਜਿਹੜੀ ਹੈ ਉਹ ਬਣਨੀ ਕੋਈ ਨਹੀਂ। ਇਸ ਲਈ ਸੰਤੋਖ ਦਾ ਹੋਣਾ ਜ਼ਰੂਰੀ ਹੈ, ਸਬਰ ਦਾ ਹੋਣਾ, ਤਾਂ ਭਾਂਡਾ ਭਰਨਾ ਹੈ। ਤ੍ਰਿਸ਼ਨਾ ਦਾ ਭਾਂਡਾ ਤੇ ਕਦੀ ਭਰਦਾ ਹੀ ਨਹੀਂ ਹੈ। ਕਿਉਂ ਨਹੀਂ ਭਰਦਾ? ਕਿਉਂਕਿ ਉਹਦਾ ਥੱਲੇ ਤਲਾ ਤਾਂ ਹੁੰਦਾ ਹੀ ਨਹੀਂ, ਉਹ ਤਾਂ ਇੱਕ ਖੂਹ ਦੀ ਤਰ੍ਹਾਂ ਹੈ। ਇਸ ਲਈ ਸੰਤੋਖ ਸਰ ਦੇ ਵਿੱਚ ਤੁਸੀਂ ਆ ਕੇ ਆਪਣਾ ਚਿੱਤ ਲਾ ਲਿਆ। ਗੁਰੂ ਰਾਮਦਾਸ ਜੀ, ਤੁਹਾਡੇ ਵਿੱਚ ਸਬਰ ਬਹੁਤ ਹੈ, ਤੁਹਾਡੇ ਵਿੱਚ ਸੰਤੋਖ ਦੀ ਅਵਸਥਾ ਬਹੁਤ ਹੈ। ਤੁਸੀਂ ਸਬਰ ਤੇ ਸੰਤੋਖ ਵਾਲੇ ਹੋ। ਕਿਉਂ ਹੋ? ਕਿਉਂਕਿ ਮੇਟਿਆ ਜਨਮਾਤ ਮਰਨ ਭਉ ਭਾਗਾ। ਤੁਸੀਂ ਆਪਣਾ ਜਨਮ ਮਰਨ ਜਿਹੜਾ ਸੀ ਉਹ ਮਿਟਾ ਲਿਆ। ਮਰਨ ਦਾ ਭਉ, ਡਰ ਅੰਦਰੋਂ ਜਿਹੜਾ ਸੀ ਉਹ ਸਦਾ ਲਈ ਨਿਕਲ ਗਿਆ। ਚਿੱਤ ਲਾਗਾ ਸੰਤੋਖ ਸਰੇ। ਤੁਹਾਡਾ ਚਿੱਤ ਜਿਹੜਾ ਸੀ, ਉਹ ਜਿਹੜੀ ਅੰਦਰ ਦੀ ਆਤਮਿਕ ਸ਼ਾਂਤੀ ਹੈ, ਉਸ ਦੇ ਵਿੱਚ ਤੁਹਾਡਾ ਚਿੱਤ ਲੱਗ ਗਿਆ, ਕਿਉਂਕਿ ਉਹ ਤੁਹਾਡੇ ਲਈ ਨਾਮ ਦਾ ਸਰੋਵਰ ਬਣ ਗਿਆ। ਬਾਣੀ ਤਾਂ ਅੰਦਰ ਹੀ ਵਸਦੀ ਹੈ। ਕਹਿੰਦੇ ਤੁਹਾਡੇ ਅੰਦਰ ਜਦੋਂ ਨਾਮ ਸਤਿਗੁਰੂ ਨੇ ਦ੍ਰਿੜ ਕਰਵਾ ਕੇ ਅੰਦਰ ਹੀ ਬਾਣੀ ਦਾ ਖਜ਼ਾਨਾ ਭਰ ਦਿੱਤਾ, ਤੁਹਾਡਾ ਚਿੱਤ ਉਸ ਸਰੋਵਰ, ਉਸ ਸੰਤੋਖ ਦੇ ਸਰੋਵਰ ਵਿੱਚ ਆ ਕੇ ਟਿਕ ਗਿਆ। ਹੁਣ ਮਨ ਵਿੱਚ ਅਸ਼ਾਂਤੀ ਨਹੀਂ ਫੈਲਦੀ, ਹੁਣ ਮਨ ਡਾਵਾਡੋਲ ਨਹੀਂ ਹੁੰਦਾ।
ਹੁਣ ਮਨ ਜਿਹੜਾ ਹੈ ਉਹ ਭਟਕਦਾ ਨਹੀਂ ਹੈ, ਮਨ ਵਿੱਚ ਕੋਈ ਝੋਰਾ, ਕੋਈ ਫਿਕਰ, ਕੋਈ ਚਿੰਤਾ ਨਹੀਂ ਹੈ, ਕਿਉਂਕਿ ਅੰਦਰ ਚਿੱਤ ਜਿਹੜਾ ਹੈ ਉਹ ਸੰਤੋਖ ਸਰੋਵਰ ਦੇ ਵਿੱਚ ਕਹਿੰਦੇ ਟਿਕ ਗਿਆ ਹੈ। ਕਾਵ ਕਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਪਰ ਪਰੇ। ਹੁਣ ਜਿਹਦੇ ਕੋਲ ਜੋ ਖਜ਼ਾਨਾ ਹੋਏਗਾ ਉਹਨੇ ਉਹੀ ਖਜ਼ਾਨਾ ਦੇਣਾ ਹੈ, ਜਿਹਦੇ ਕੋਲ ਜਿਹੜਾ ਰਸ ਹੋਏਗਾ ਉਹਨੇ ਉਹੀ ਰਸ ਦੁਨੀਆ ਨੂੰ ਦੇਣਾ। ਜੋ ਸਾਡੇ ਭਾਂਡੇ ਵਿੱਚ ਹੋਏਗਾ ਉਹੀ ਪਦਾਰਥ ਅਸੀਂ ਦੇਵਾਂਗੇ। ਜੇ ਸਾਡੇ ਭਾਂਡੇ ਦੇ ਵਿੱਚ ਪਦਾਰਥ ਹੋਰ ਹੈ, ਮੰਗਣ ਵਾਲਾ ਕੋਈ ਹੋਰ ਪਦਾਰਥ ਮੰਗ ਰਿਹਾ, ਫਿਰ ਗੱਲ ਕਿਵੇਂ ਬਣੇਗੀ? ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡੇ ਹਿਰਦੇ, ਤੁਹਾਡੇ ਜੀਵਨ ਰੂਪੀ ਭਾਂਡੇ ਦੇ ਵਿੱਚ ਅੰਮ੍ਰਿਤ ਰਸ ਭਰਿਆ ਪਿਆ ਹੈ, ਨਾਮ ਦਾ ਰਸ ਭਰਿਆ ਪਿਆ ਹੈ, ਤੇ ਅਸੀਂ ਆਪਣੇ ਭਾਂਡੇ ਜਿਹੜੇ ਆ ਉਹ ਖਾਲੀ ਲੈ ਕੇ ਤੁਹਾਡੇ ਦਰ ਤੇ ਆ ਰਹੇ ਹਾਂ। ਕਿਉਂ ਆ ਰਹੇ ਹਾਂ? ਕਿ ਸਾਡਾ ਵੀ ਭਾਂਡਾ ਨਾਮ ਰਸ ਨਾਲ ਭਰ ਜਾਏ। ਅਸੀਂ ਅਵਗੁਣਾਂ ਨਾਲ ਭਰੇ ਹੋਏ ਹਾਂ ਤੇ ਸ਼ੁਭ ਗੁਣਾਂ ਦਾ ਰਸ ਤੁਹਾਡੇ ਕੋਲ ਲੈਣ ਆਏ ਹਾਂ। ਤਾਈ ਤੇ ਕਹਿੰਦੇ ਆ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਬੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ, ਰੱਖੋ ਸ਼ਰਨਾਈ ਸਾਨੂੰ ਰੱਖ ਲਓ। ਕਿਉਂਕਿ ਜਿਹੜਾ ਤੁਸੀਂ ਨਾਮ ਦਾ ਰਸ ਵੰਡ ਰਹੇ ਹੋ ਨਾ, ਉਹ ਨਾਮ ਦਾ ਰਸ ਕਿਤੇ ਸਾਡੇ ਵੀ ਭਾਂਡੇ ਵਿੱਚ ਪੈ ਜਾਏ, ਅਸੀਂ ਵੀ ਪੂਰੇ ਗੁਰੂ ਦਾ ਮਿਲਾਪ ਹਾਸਲ ਕਰਕੇ ਇਹ ਮੌਤ ਦਾ ਭੈ ਅੰਦਰੋਂ, ਮਰਨ ਭਉ ਭਾਗਾ, ਇਹ ਮਰਨ ਦਾ ਭਉ ਡਰ ਆਪਣੇ ਅੰਦਰੋਂ ਕੱਢ ਕੇ, ਆਪਣੇ ਜਨਮ ਮਰਨ ਨੂੰ ਮਿਟਾ ਕੇ ਉਸ ਅਨੁਭਵੀ ਗਿਆਨ ਦੇ ਨਾਲ ਨਿਰੰਕਾਰ ਦੇ ਵਿੱਚ ਸਦਾ ਲਈ ਸਮਾ ਜਾਈਏ। ਇਸ ਲਈ ਕਹਿ ਰਹੇ ਨੇ ਭੱਟ ਜੀ, ਦੁਬਾਰਾ ਰਿਪੀਟ ਕਰ ਰਹੇ ਨੇ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਕਵ ਕਲ ਠਾਕੁਰ ਹਰਦਾਸ ਤਨੇ। ਠਾਕੁਰ ਭਾਈ ਹਰਦਾਸ ਜੀ ਦੇ ਸੁਪੁੱਤਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਗੁਰ ਰਾਮਦਾਸ ਸਰ ਭਰ ਭਰੇ। ਆ ਭਰ ਦਾ ਮਤਲਬ ਹੈ ਜਿਹੜਾ ਖਾਲੀ ਹੈ, ਭਰੇ ਤੁਸੀਂ ਖਾਲੀ ਭਾਂਡਿਆਂ ਵਿੱਚ ਨਾਮ ਦਾ ਰਸ ਭਰਨ ਵਾਲੇ ਹੋ। ਉਹ ਰਸ ਜਿਹੜਾ ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਆ ਕੇ ਉਸ ਪਵਿੱਤਰ ਖਸਮ ਦੀ ਬਾਣੀ ਦੇ ਨਾਲ ਜੁੜ ਕੇ ਗੁਰੂ ਅਮਰਦਾਸ ਜੀ ਦੇ ਦਰ ਤੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਅੱਜ ਜਿਹੜਾ ਹੁਣ ਤੁਹਾਡੇ ਦਰ ਤੇ ਆਉਂਦਾ ਹੈ, ਤੁਸੀਂ ਉਹਦੇ ਅੰਦਰ ਵੀ ਹਿਰਦੇ ਰੂਪੀ ਭਾਂਡੇ ਵਿੱਚ ਨਾਮ ਦਾ ਰਸ ਭਰ ਰਹੇ ਹੋ। ਜੇ ਇਹ ਐਸਾ ਰਸ ਹੈ ਜਿਹੜਾ ਕਦੇ ਨਾ ਮੁੱਕਣ ਵਾਲਾ। ਅਸੀਂ ਕੀ ਕਰੀਏ? ਅਸੀਂ ਵੀ ਗੁਰੂ ਸਾਹਿਬ ਦੀ ਸ਼ਰਨ 'ਚ ਆਏ ਹਾਂ, ਜੋ ਸਾਡੇ ਲਈ ਪਾਰਸ ਹੈ। ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਪਾਰਸ ਰੂਪ ਹੋ, ਅਸੀਂ ਲੋਹੇ ਦੀ ਤਰ੍ਹਾਂ ਹਾਂ, ਜੰਗਾਲੇ ਹੋਏ ਤੁਹਾਡੇ ਦਰ ਤੇ ਆਏ ਹਾਂ। ਸਾਡੇ ਮਨ ਨੂੰ ਕਿਤੇ ਗੁਰਬਾਣੀ ਛੂਹ ਲਵੇ, ਗੁਰਬਾਣੀ ਦਾ ਜੁੜਨਾ ਸਾਡੇ ਮਨ ਨਾਲ ਕਿਤੇ ਹੋ ਜਾਏ। ਅਸੀਂ ਵੀ ਤੁਹਾਡੇ ਦਰ ਤੇ ਖੋਟੇ ਹੋ ਕੇ ਆਏ ਹਾਂ ਤੇ ਖਰੇ ਹੋ ਕੇ ਅਸੀਂ ਆਪਣੇ ਜੀਵਨ ਵਿੱਚ ਤੁਹਾਡੇ ਦਰ ਤੋਂ ਜਾਈਏ। ਇਸ ਲਈ ਆਪਣੇ ਆਪਣੇ ਮਨ ਨੂੰ ਹੋਕਾ ਦਿਓ ਕਿ ਮਨਾ ਤੂੰ ਗੁਰੂ ਦੇ ਦਰ ਤੇ ਆਇਆ ਕਰ, ਤੂੰ ਐਵੇਂ ਅਧੂਰੀਆਂ ਥਾਵਾਂ ਤੇ ਨਾ ਭਟਕਿਆ ਕਰ। ਕਿ ਆਪਣੇ ਆਪਣੇ ਮਨ ਨੂੰ ਆਪਾਂ ਆਵਾਜ਼ ਦੇਣੀ ਹੈ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ। ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਗੁਰ ਕੀ ਟੇਕ ਰਹੋ ਦਿਨ ਰਾਤ। ਜਾ ਕੀ ਕੋਇ ਨ ਮੇਟੈ ਦਾਤ, ਜਾ ਕੀ ਕੋਇ ਨ ਮੇਟੈ ਦਾਤ।
ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ। ਆਪਣੇ ਆਪਣੇ ਮਨ ਨੂੰ ਹੋਕਾ ਦੇ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਹੜੇ ਸੰਤੋਖ ਦਾ ਸਰੋਵਰ ਨੇ, ਪ੍ਰੇਮਾ ਭਗਤੀ ਦਾ ਖਜ਼ਾਨਾ ਭਰਿਆ ਹੈ, ਸਤਿਗੁਰੂ ਦੇ ਸ਼ਰਨ ਵਿੱਚ ਆ ਕੇ ਮਨ ਕਰਕੇ ਗੁਰਬਾਣੀ ਨਾਲ ਜੁੜ ਜਾਈਏ ਤਾਂ ਕਿ ਇਹ ਸਾਰੀਆਂ ਬਖਸ਼ਿਸ਼ਾਂ ਕਿਰਪਾ ਸਾਡੇ ਜੀਵਨ ਵਿੱਚ ਵੀ ਵਰਤਣ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਕੇ ਅੱਗੇ ਤੋਂ ਮਿਹਰ ਦਾ ਹੱਥ ਰੱਖ ਕੇ ਆਪ ਵਿਚਾਰ ਕਰਵਾ ਲੈਣ। ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਭੱਟ ਕੱਲ ਜੀ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਮਿਟਿਆ ਜਨਮਾਂਤ ਮਰਨ ਭਉ ਭਾਗਾ, ਚਿਤ ਲਾਗਾ ਸੰਤੋਖ ਸਰੇ। ਕਾਵ ਕਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਪਰ ਪਰੇ। ਵਾਹਿਗੁਰੂ ਜੀ ਕਾ ਖਾਲਸਾ